ਗੁਰਦਿਆਲ ਸਿੰਘ ਦਾ ਨਾਵਲ ਪਰਸਾ 12ਵਾਂ ਅੰਗ। ਬੱਜੇ ਦਿਨ ਉੱਤੇ ਬਸੰਤਾ ਤਿਆਰ ਸੀ। ਪਰਸੇ ਨੂੰ ਕੁਝ ਵੀ ਦੱਸੇ ਪੁੱਛੇ ਬਿਨਾਂ ਤੁਰ ਗਿਆ। ਜਿੱਥੇ ਉਹਨੇ ਦਿਨ ਦੇ ਛਪਾ ਨਾਲ ਪਹੁੰਚਣਾ ਸੀ ਉਹ ਥਾਂ ਗੰਗੀ ਕੇ ਪਿੰਡ ਨੂੰ ਲੱਗਦੇ ਸਟੇਸ਼ਨ ਤੋਂ ਕੋਕੂ ਵਾਟੋਰਾਂ ਸੀ। ਉੱਥੇ ਪਹਾੜ ਵਾਲੇ ਪਾਸੇ ਇੱਕ ਢਾਬ ਸੀ ਤੇ ਇਹਦੇ ਤਿੰਨੀ ਪਾਸੇ ਸੰਘਣੇ ਝਾੜ ਮਲੇ ਸਨ। ਵਣ ਕਰੀਰ ਤੇ ਜੰਡਾਂ ਨਾਲ ਢਾਬ ਹੋਰ ਵੀ ਡੂੰਘੀ ਲੱਗਦੀ ਸੀ। ਮੀਂਹ ਚੰਗੇ ਪੈਣ ਕਰਕੇ ਉਸ 'ਚ ਪਾਣੀ ਹਾਥੀ ਦੇ ਡੋਬੂ ਹੋ ਗਿਆ ਸੀ। ਇਹਦੇ ਨੇੜੇ ਆ ਕੇ ਸਾਈਕਲ ਇੱਕ ਵਣ ਦੇ ਮੁੱਢ ਨਾਲ ਲਾ ਕੇ ਉਹਨੇ ਸੰਘਣੇ ਪਰਿਵਾਰ ਹੇਠ ਚੁੱਪਚਾਪ ਖੜੋ ਗਿਆ। ਚਾਰੇ ਪਾਸੇ ਨਿਗਾਹ ਮਾਰੀ, ਝਾੜਾਂ ਰੁੱਖਾਂ ਦੇ ਕਾਲੇ ਆਕਾਰਾਂ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਇਆ। ਸਾਹਮਣੇ ਗੰਦਲੇ ਪਾਣੀ 'ਚ ਆਪਣਾ ਧੁੰਦਲਾ ਅਕਸ ਦਿਸਿਆ, ਭੂਤ ਦੇ ਪਰਛਾਵੇਂ ਵਰਗਾ। ਬਿੰਦ ਦਾ ਬਿੰਦ ਉਸ ਵੱਲ ਘੂਰਦਾ ਰਿਹਾ, ਪਰ ਹੌਲੀ ਹੌਲੀ ਉਹ ਵਧੇਰੇ ਧੁੰਦਲਾ ਹੋਣ ਲੱਗ ਪਿਆ। ਦਿਨ ਛਿਪਿਆ ਸ਼ਾਇਦ ਘੰਟਾ ਹੋ ਗਿਆ ਸੀ। ਸੱਜੇ ਪਾਸੇ ਵਾਲੀ ਜੰਡੀ ਦੇ ਮੁੱਢ ਦੇ ਨਾਲ ਅੱਗ ਦਾ ਭਾਂਬੜ ਮੱਚਦਾ ਦਿਸਿਆ। ਬਸੰਤਾ ਇੱਕਦਮ ਉਧਰ ਝਾਕਿਆ। ਕਿਸੇ ਦੀ ਚਰੀ ਦਾ ਛੌਰਾ ਸੜ ਗਿਆ ਲੱਗਦਾ ਸੀ, ਪਰ ਕੱਤੇ ਦੇ ਮਹੀਨੇ ਛੌਰੇ ਕਿਹਨੇ ਲਾਏ ਹੋਏ? ਰਤਾ ਗੌਰ ਨਾਲ ਦੇਖਿਆ, ਇਹ ਤਾਂ ਚੰਦ ਸੀ। ਉਹਨੂੰ ਅਜਿਹਾ ਭੁਲੇਖਾ ਸ਼ਾਇਦ ਪਹਿਲਾਂ ਕਦੀ ਨਹੀਂ ਸੀ ਪਿਆ। ਅਚਨਚੇਤ ਧੌਣ ਖੱਬੇ ਪਾਸੇ ਭੁਆਈ ਤਾਂ ਦੇਖਿਆ। ਇੱਕ ਥਾਂ ਨੇੜੇ ਰੋਡ ਤੇ ਠੀਕਰੀਆਂ ਖਿੰਡੀਆਂ ਪਈਆਂ ਸੀ। ਸੱਪ ਸੀਣ ਦੀ ਖੱਡ ਸੀ ਜਿਹਦਾ ਡੰਗਿਆ ਪਾਣੀ ਨਹੀਂ ਸੀ ਮੰਗਦਾ। ਉਹਦੇ ਦਿਮਾਗ 'ਚ ਜਿਵੇਂ ਬਿਜਲੀ ਲਿਸ਼ਕੀ, ਤਰਬਕਿਆ। ਫਿਰ ਉਹ ਜਿਵੇਂ ਸੌਖਾ ਹੋ ਕੇ ਢਾਬ ਦੇ ਐਨ ਕੰਢੇ ਤੇ ਜਾ ਖੜੋਤਾ। ਪੱਛਮ ਵਾਲੇ ਪਾਸੇ ਅਸਮਾਨ ਉੱਤੇ ਮਾੜੀ ਜੀ ਲੋ ਸੀ, ਉਹ ਵੀ ਜਿਵੇਂ ਇੱਕੋ ਵਾਰੀ ਲੋਪ ਹੋ ਗਈ। ਸਰਕੜਿਆਂ ਦੇ ਬੰਬੂਆਂ ਤੇ ਤਾਂ ਇੱਕ ਤਾਰਾ ਗੈਸ ਵਾਂਗ ਜਗਣ ਲੱਗ ਪਿਆ। ਉਹਦੇ ਨੇੜੇ ਤੇੜੇ ਕੋਈ ਹੋਰ ਤਾਰਾ ਨਜ਼ਰ ਨਹੀਂ ਸੀ ਆਉਂਦਾ। ਨਿੱਕੇ ਨਿੱਕੇ ਕਿੰਨੇ ਹੋਰ ਤਾਰੇ ਦੂਰ ਦੂਰ ਸੀ, ਜਿਵੇਂ ਉਹ ਤੋਂ ਡਰਦੇ ਝਾੜਾਂ ਪਿੱਛੇ ਛਹਿ ਗਏ ਹੋਣ। ਬਿੰਦਕ ਪਿੱਛੋਂ ਚਾਰੇ ਪਾਸੇ ਕੁਰਲਾਟ ਜਿਹਾ ਮਚ ਗਿਆ। ਬਿੰਡੇ ਟਿੱਡੀਆਂ ਇੱਕੋ ਵਾਰੀ ਬੋਲਣ ਲੱਗ ਪਏ। ਵਣਾਂ ਦੇ ਪੱਤਿਆਂ ਵਿੱਚ, ਕਰੀਰਾਂ ਦੇ ਆਲੇ ਦੁਆਲੇ ਤੇ ਢਾਬ ਦੇ ਪਾਣੀ ਉੱਤੇ ਸੈਂਕੜੇ ਟਟਹਿਣੇ ਵੀ ਉੱਡਦੇ ਦਿਸੇ। ਜੀ ਲਲਚਾ ਉੱਠਿਆ, ਪਰ ਨਾਲ ਦੀ ਨਾਲ ਚਿਹਰੇ ਤੇ ਵਿਅੰਗਮਈ ਮੁਸਕਰਾਹਟ ਖਿੰਡ ਗਈ। ਉਦੋਂ ਹੀ ਡੱਬ ਨੂੰ ਹੱਥ ਮਾਰਿਆ, ਲੱਕ ਨਾਲ ਬੰਨੀ ਰੌਂਦਾਂ ਵਾਲੀ ਥੈਲੀ ਟੋਹ ਕੇ ਦੇਖੀ। ਸਾਈਕਲ ਤੇ ਚਿਮਟੇ ਨਾਲ ਬੰਨੀ ਕਿਰਪਾਨ ਵੱਲ ਨਿਗਾਹ ਮਾਰੀ, ਫਿਰ ਤਸੱਲੀ ਨਾਲ ਚੜ੍ਹਦੇ ਵਾਲੇ ਮੂੰਹ ਕਰਕੇ ਬਿੜਕ ਲੈਣ ਲੱਗ ਪਿਆ। ਸ਼ੇਰ ਵਾਂਗ ਕੁਝ ਬੁੱਕਦਾ ਸੁਣਿਆ ਤਾਂ ਪਛਾਂ ਭੌਂ ਕੇ ਇੱਕੋ ਛਾਲ 'ਚ ਵਣ ਉੱਤੇ ਜਾ ਚੜਿਆ। ਦੂਜੀ ਪਲਾਂਘ ਨਾਲ ਟੀਸੀ ਕੋਲੋਂ ਧੌਣ ਬਾਹਰ ਕੱਢ ਕੇ ਰਾਹ ਵੱਲ ਦੇਖਿਆ। ਕੋਈ ਮੋਟਰ ਸੀ। ਬਸੰਤੇ ਨੇ ਛਾਲ ਮਾਰ ਕੇ ਹੇਠਾਂ ਉਤਰਨਾ ਚਾਹਿਆ, ਪਰ ਗੱਜਦਾ ਬੁੱਕਦਾ ਟਰੱਕ ਅੱਖ ਪਲਕਾਰੇ 'ਚ ਕੱਸੀ ਦੇ ਪੁਲ ਉੱਤੇ ਪਹੁੰਚ ਗਿਆ। ਚਿੱਤ ਕਾਹਲਾ ਪੈਣ ਲੱਗ ਪਿਆ। ਇੱਕ ਛਾਲ ਮਾਰ ਕੇ ਭੁੰਜੇ ਆ ਗਿਆ। ਸਾਈਕਲ ਦੇ ਚਿਮਟੇ ਨਾਲ ਉਹ ਕਿਰਪਾਨ ਖੋਲ ਕੇ ਪਹੀ ਵੱਲ ਛੂਟ ਵੱਟ ਲਈ। ਸਾਹਮਣੇ ਖੇਤ 'ਚ ਗੁਆਰੇ ਦੇ ਕਰਚੇ ਅਜੇ ਵੀ ਖੜੋਤੇ ਸੀ। ਉਹ ਸਿਰ ਮੈਦਾਨ ਭੱਜਦਾ ਇਹਨਾਂ ਨੂੰ ਜਰੜ ਭੰਦਾ ਗਿਆ। ਪਿੰਜਣੀਆਂ, ਗੁੱਡੇ, ਖੁੱਚਾਂ ਝਰੀਟੇ ਗਏ। ਪਹੀ ਦੇ ਨਾਲ ਲੱਗਵੇਂ ਕਿਆਰੇ 'ਚ ਕਪਾਹ ਦੇ ਬੂਟਿਆਂ ਦੀ ਓਟ ਲੈ ਕੇ 3 ਹੱਥ ਉੱਚੀ ਪੜੀ ਦੇ ਨਾਲ ਛਹਿ ਕੇ ਬੈਠਾ ਤਾਂ ਉਹਨੂੰ ਸਾਰਾ ਪਿੰਡ ਤਪਦਾ ਲੱਗਿਆ। ਮੁੜਕੇ ਨਾਲ ਧੌਣ ਤੇ ਮੋਰ ਭਿੱਜ ਗਏ। ਤੀਰ ਕਮਾਨ ਦਾ ਨਿਸ਼ਾਨਾ ਲਾਉਣ ਵਾਲਿਆਂ ਵਾਂਗ ਗੋਡਣੀਏ ਹੋ ਕੇ ਪੜੀਂ ਦੇ ਉੱਤੋਂ ਦੀ ਪਹੀ ਦੇ ਮੋੜ ਵੱਲ ਨਿਗਾਹ ਮਾਰੀ ਤਾਂ ਉਹਦੀਆਂ ਨਾਸਾਂ ਮੀਣੇ ਵਾਂਗ ਫਰਕਣ ਲੱਗ ਪਈਆਂ। ਜ਼ੋਰ ਨਾਲ ਇੱਕ ਫੁੰਕਾਰਾ ਜਿਹਾ ਮਾਰਿਆ। ਸਾਹ ਖਿੱਚਦਿਆਂ ਲੱਕ ਸ਼ਿਕਾਰੀ ਕੁੱਤੇ ਵਾਂਗ ਸੁੰਗੜਾ ਕੇ ਸਾਹ ਫੇਰ ਸਾਵਾਂ ਕਰ ਲਿਆ। ਬਿੰਦਕ ਮਗਰੋਂ ਤੇਜ਼ ਬੱਤੀਆਂ ਮੋੜ ਤੇ ਭੌਂਦੀਆਂ ਦਿਸੀਆਂ। ਫਿਰ ਜੀਪ ਦੀ ਘਰ ਦੀ ਕੁਰਖਤ ਆਵਾਜ਼ ਨੇੜੇ ਸੁਣੀ ਤਾਂ ਛਾਲ ਮਾਰ ਕੇ ਪਹੀ ਦੇ ਵਿਚਾਲੇ ਜਾ ਖੜੋਤਾ। ਲੱਤਾਂ ਚੌੜੀਆਂ ਕਰਕੇ ਕਿਰਪਾਨ ਮਿਆਨ 'ਚੋਂ ਧੋਈ ਤਾਂ ਜੀਪ ਥਾਂਏ ਰੁਕ ਗਈ। ਬੱਤੀਆਂ ਬੁਝ ਗਈਆਂ। 4-5 ਬੰਦੇ ਜੀਪ ਵਿੱਚ ਉਤਰ ਕੇ ਚੜ੍ਹਦੇ ਛਿਪਦੇ ਵੱਲ ਦੇ ਵਾਹਣਾਂ ਵਿੱਚੋਂ ਦੀ ਭੱਜ ਤੁਰੇ। ਇਹਦਾ ਮਤਲਬ ਸੀ ਉਹਨਾਂ ਕੋਲ ਕੋਈ ਪਿਸਤੌਲ ਬੰਦੂਕ ਨਹੀਂ ਸੀ। ਸ਼ਾਇਦ ਮੂਰਖ ਕੋਈ ਹੋਰ ਚੰਗਾ ਹਥਿਆਰ ਵੀ ਲੈ ਕੇ ਨਹੀਂ ਸੀ ਤੁਰੇ। ਬਸੰਤੇ ਦੀਆਂ ਅੱਖਾਂ ਹਨੇਰੇ 'ਚ ਬਿੱਲੀ ਦੀਆਂ ਅੱਖਾਂ ਵਾਂਗ ਚਮਕੀਆਂ ਤੇ ਉੱਛਲ ਕੇ ਪਹਿਲਾਂ ਜੀਪ ਵੱਲ ਵਧਿਆ, ਫਿਰ ਪੜੀਆਂ ਉੱਤੇ ਜਾ ਚੜਿਆ। ਉਹ ਬੰਦੇ ਕੋਡੇ ਕੋਡੇ ਢਾਬ ਵਾਲੇ ਪਾਸੇ ਭੱਜੇ ਜਾ ਰਹੇ ਸੀ। ਉਹਨੇ ਫੁਰਤੀ ਨਾਲ ਡੱਬ 'ਚ ਪਿਸਤੌਲ ਕੱਢ ਕੇ ਉਹਨਾਂ ਦੇ ਸਿਰਾਂ ਉੱਤੋਂ ਦੀ ਫਾਇਰ ਕਰਤਾ। ਤਿੰਨੇ ਧਰਤੀ ਤੇ ਮੁੱਦੇ ਡਿੱਗ ਪਏ। ਬਸੰਤਾ ਫਾਇਰ ਦੇ ਨਾਲ ਹੀ ਛਾਲ ਮਾਰ ਕੇ ਪੜੀ ਤੇ ਥੱਲੇ ਆ ਗਿਆ। ਛਹਿ ਕੇ ਭੱਜਦਿਆਂ ਕਪਾਹ ਵਾਲੇ ਕਿਆਰੇ ਤੋਂ ਬਾਹਰ ਨਿਕਲਦਾ ਹੀ ਗੋਡਿਆਂ ਭਾਰ ਹੋ ਗਿਆ। ਕਈ ਦਿਨਾਂ ਦੇ ਅਭਿਆਸ ਕਰਕੇ ਉਹਨੇ ਫੁਰਤੀ ਨਾਲ ਪਿਸਤੌਲ ਦੁਬਾਰਾ ਭਰ ਲਿਆ ਸੀ। ਉਹ ਬੰਦੇ ਦਾਤ ਕਾ ਕੇ ਫੇਰ ਢਾਬ ਵੱਲ ਭੱਜੇ ਤਾਂ ਉਹਨੇ ਲਲਕਾਰਾ ਮਾਰਿਆ, ਜਿੱਥੇ ਉਹ ਖੜੇ ਹੋ ਜਾਓ, ਨਹੀਂ ਤਿੰਨਾਂ ਨੂੰ ਭੁੰਨ ਦੋ। ਪਰ ਉਹ ਕੋਡੇ ਕੋਡੇ ਭੱਜਦੇ ਰਹੇ। ਬਸੰਤੇ ਨੇ ਉਹਨਾਂ ਦੇ ਸਿਰ ਉੱਤੋਂ ਦੀ ਦੂਜਾ ਫਾਇਰ ਕੀਤਾ। ਐਤਕੀ ਮੂੰਹ ਪੜਨੇ ਡਿੱਗ ਪਏ। ਉਹਨਾਂ ਦੇ ਮੁੜ ਉੱਠਣ ਤੋਂ ਪਹਿਲਾਂ ਉਹਨਾਂ ਦੇ ਸਿਰ ਤੇ ਜਾ ਖੜੋਤਾ। ਬਾਹਾਂ ਖੜੀਆਂ ਕਰ ਲਓ, ਹੁਣ ਨਹੀਂ ਭੱਜਣ ਦਿੰਦਾ ਕਿਸੇ ਨੂੰ। ਉਹ ਜਿਵੇਂ ਹਵਾ 'ਚ ਉੱਡ ਕੇ ਉਹਨਾਂ ਦੇ ਮੂਹਰੇ ਆ ਖੜੋਤਾ ਸੀ। ਤਿੰਨੇ ਹੌਲੀ ਹੌਲੀ ਬਾਹਾਂ ਉਗਾਸ ਦੇ ਸਿੱਧੇ ਹੋ ਗਏ। ਉਹਨਾਂ ਦੀਆਂ ਪੱਗਾਂ ਗਲਾਂ 'ਚ ਪਈਆਂ ਹੋਈਆਂ ਸੀ,
ਕੱਪੜੇ ਮਿੱਧੇ ਗਏ ਸੀ। ਬਸੰਤਾ ਖੱਬੇ ਹੱਥ 'ਚ ਕਿਰਪਾਨ ਫੜੀ, ਸੱਜੇ ਨਾਲ ਪਿਸਤੌਲ ਉਹਨਾਂ ਵੱਲ ਸਿੱਧਾ ਕਰੀ ਅਡੋਲ ਖੜੋਤਾ ਸੀ। ਲੰਮਾ ਕੱਦ, ਮੋਕਲੇ ਹੱਡ, ਪੈਰ ਚੌੜੇ, ਮੋਢੇ ਮੰਡਾਸੇ ਨਾਲ ਬੰਨਿਆ ਮੂੰਹ, ਸਿਰ ਭੋਥੇ ਦਾ ਲਾਂਗੜ ਤੇ ਲੰਮਾ ਕੁੜਤਾ ਸਾਮਰ ਤੱਕ ਜਗੀਰਾ ਡਕੈਤ ਲੱਗਦਾ ਸੀ। ਪਰ ਹੱਥ ਤਾਂ ਕਰੀ ਖੜੋਤੇ ਉਹ ਤਿੰਨੋਂ ਉਹਨੂੰ ਮਿੱਟੀ ਦੇ ਬਾਵਿਆਂ ਵਰਗੇ ਲੱਗੇ। ਤੁਹਾਡੇ ਚੋਂ ਕਿਸ਼ਨ ਚੰਦ ਕਿਹੜਾ? ਉਹ ਤਾਂ ਦੂਜੇ ਪਾਸੇ ਭੱਜ ਗਿਆ ਚੜ੍ਹਦੇ ਬੰਨੀ। ਉਹਨਾਂ ਚੋਂ ਇੱਕ ਮਧਰੇ ਬੰਦੇ ਨੇ ਥਿੜਕਦੀ ਆਵਾਜ਼ 'ਚ ਕਿਹਾ, ਜਾਂ ਫਿਰ ਤੂੰ ਹੀ ਉਹਨੂੰ ਲੈ ਕੇ ਆ ਇੱਥੇ। ਬਸੰਤੇ ਨੇ ਉਹਨੂੰ ਆਵਾਜ਼ ਪਛਾਣ ਕੇ ਕਿਹਾ, ਪਰ ਜੇ ਤੂੰ ਨਾ ਮੁੜਿਆ ਤਾਂ ਇੱਥੋਂ ਆਲੇ ਦੋਹਾਂ ਦੀਆਂ ਲੋਥਾਂ ਚੱਕ ਲਿਓ ਆ ਕੇ। ਉਹ ਬੰਦਾ ਬਾਹਾਂ ਨੀਵੀਆਂ ਕਰਕੇ ਪੱਗ ਠੀਕ ਕਰਨ ਲੱਗਿਆ ਤਾਂ ਬਸੰਤੇ ਨੇ ਫੇਰ ਲਲਕਾਰਾ ਮਾਰਿਆ, ਬਾਹਾਂ ਖੜੀਆਂ ਰੱਖ ਬੰਦੇ ਦਾ ਪੁੱਤ ਬਣ ਕੇ। ਜਦੋਂ ਦੋਵੇਂ ਬਾਹਾਂ ਤਾਂ ਕਰੀ ਕਪਾਹ ਵਾਲੇ ਕਿਆਰੇ ਵੱਲ ਮੁੜਿਆ ਤਾਂ ਉਹ ਤੋਰ, ਉਹ ਕੱਦ ਕਾਠ ਕੋਈ ਭੁਲੇਖਾ ਨਹੀਂ ਰਿਹਾ। ਬਾਜ ਵਾਂਗ ਝਪਟ ਕੇ ਉਹਨੂੰ ਮੂਹਰਿਓਂ ਘੇਰਦਿਆ ਬਸੰਤਾ ਕੜਕਿਆ, ਤੇਰੇ ਚਿੱਤ 'ਚ ਆ ਬਈ ਐਂ ਬਚ ਕੇ ਨਿਕਲ ਜਾਏਗਾ। ਕਿਸ਼ਨ ਚੰਦ ਗਿੜਗੜਾ ਕੇ ਭੁੰਜੇ ਡਿੱਗ ਪਿਆ, ਨਾ ਮਾਰੀ, ਅਸੀਂ ਇੱਥੋਂ ਹੀ ਪਿਛਾਂਹ ਮੁੜ ਜਾਾਂਗੇ। ਸਾਡੀ ਬੋੜੀ ਹੋ ਗਈ ਸੋ ਹੋ ਗਈ, ਹੁਣ ਬਖਸ਼। ਉਦੋਂ ਸਕੂਲ 'ਚ ਤੈਨੂੰ ਮੈਂ 35 ਪੜ੍ਹਾਉਣ ਗਿਆ ਸੀ, ਉਦੋਂ ਨਾ ਸੋਚਿਆ, ਹੁਣ ਵੇਲਾ ਬੀਤ ਗਿਆ ਬੇਲੀਆ, ਹੁਣ ਨਹੀਂ ਛੱਡਦਾ। ਤੇ ਪਿਸਤੌਲ ਡੱਬ 'ਚ ਟੰਗ ਕੇ ਉਹਨੇ ਬਿਜਲੀ ਦੇ ਲਿਸ਼ਕਾਰੇ ਵਾਂਗ ਕਿਰਪਾਨ ਦਾ ਭਰਵਾਂ ਵਾਰ ਕੀਤਾ ਤਾਂ ਕਿਸ਼ਨ ਚੰਦ ਦੀ ਕੂਕ ਜ਼ਮੀਨ ਅਸਮਾਨ 'ਚ ਗੂੰਜੀ। ਉਹ ਮਾਰਤਾ ਨਹੀਂ ਬੇਬੇ। ਉਸੇ ਵੇਲੇ ਉਹਦੇ ਨਾਲ ਦੇ ਦੋਏ ਬੰਦੇ ਪਹੀ ਵੱਲ ਭੱਜੇ। ਬਸੰਤੇ ਨੇ ਕਿਰਪਾਨ ਉਵੇਂ ਹੱਥ 'ਚ ਫੜੀ ਹੋਕਰਾ ਮਾਰਿਆ, ਖੁਸ਼ੀ ਨੂੰ ਦਮ ਕਢਾਓ, ਤੁਹਾਨੂੰ ਮੈਂ ਕੁਛ ਨਹੀਂ ਕਹਿਣਾ, ਪਰ ਜੇ ਕਿਸੇ ਨੇ ਬਾਹਰ ਲਿਆਂਦੀ ਜਾਂ ਗਵਾਹੀ ਭਰਤੀ, ਉਹਨੂੰ ਜਿਉਂਦਾ ਛੱਡਦਾ ਨਹੀਂ, ਪਤਾਲ 'ਚੋਂ ਵੀ ਕੱਢ ਲਿਆਉਂ, ਸਮਝ ਗਏ? ਉਹ ਬੰਦੇ ਪਿਛਾਂਹ ਮੁੜ ਕੇ ਨਹੀਂ ਝਾਕੇ, ਛਾਲਾਂ ਮਾਰਦਿਆਂ ਹੀ ਪਹੀ ਦੀ ਭੜੀ ਉਹਲੇ ਛਹਿ ਗਏ। ਉਥੋਂ ਕਿੱਧਰ ਭੱਜੇ ਪਤਾ ਨਹੀਂ ਲੱਗਿਆ। ਕਿਸ਼ਨ ਚੰਦ ਬੇਸੁੱਧ ਹੋ ਗਿਆ ਸੀ। ਜੈ ਰਾਮ ਦਾ ਸਾਰਾ ਟੱਬਰ ਸਲਾਹ ਮਸ਼ਵਰਾ ਕਰਦਾ ਰਿਹਾ, ਪਰ ਅੱਧੀ ਰਾਤ ਤਾਈਂ ਕੋਈ ਫੈਸਲਾ ਨਾ ਹੋ ਸਕਿਆ। ਛੋਟੇ ਮੁੰਡੇ ਵਾਹੀ ਕਰਦੇ ਸੀ, ਨਾਲੇ ਦੋਹਾਂ ਦੇ ਕੱਦ ਬਹੁਤੇ ਮਧਰੇ ਨਹੀਂ ਸੀ, ਬਹੁਤੇ ਸੋਹਣੇ ਵੀ ਉਹ ਨਹੀਂ ਸੀ। ਉਹ ਵੀ ਕਿਸੇ ਨੂੰ ਪਤਾ ਨਹੀਂ ਸੀ ਵੀ ਜਨਮ ਪੱਤਰੀਆਂ ਅਨੁਸਾਰ ਕੋਈ ਜੋਗ ਸਹੀ ਕਿਸੇ ਦਾ ਬਣਦਾ ਸੀ ਕਿ ਨਹੀਂ, ਪਰ ਇਸ ਵੇਲੇ ਅਜਿਹੀਆਂ ਸੋਚਾਂ ਤਾਂ ਅੱਗ ਲੱਗੀ ਤੋਂ ਮਸ਼ਕਾਂ ਦਾ ਭਾਅ ਪੁੱਛਣ ਵਾਲੀ ਗੱਲ ਲੱਗਦੀਆਂ ਸੀ। ਕੋਈ ਫੈਸਲਾ ਨਾ ਹੁੰਦਾ ਵੇਖ ਕੇ ਕਿਸ਼ਨ ਚੰਦ ਦੇ ਤਾਈ ਸੀਤਲ ਦੇਵ ਨੇ ਫੇਰ ਕਿਹਾ, ਪੰਡਤ ਜੀ, ਇਹੋ ਜਿਹੇ ਵੇਲੇ ਜੇ ਸੋਚਾਂ 'ਚ ਪੈ ਗਏ ਤਾਂ ਦੋਹਾਂ ਧਿਰਾਂ ਵਾਸਤੇ ਮਾੜੀ ਗੱਲ ਹੋਊ। ਉਧਰ ਸਾਡਾ ਲਟਕਾ ਹਸਪਤਾਲ ਮਸਾਂ ਪਹੁੰਚਿਆ, ਪਤਾ ਨਹੀਂ ਭਗਵਾਨ ਨੂੰ ਕੀ ਮਨਜ਼ੂਰ ਹੈ। ਚਲੋ ਜੇ ਨਹੀਂ ਫੈਸਲਾ ਹੁੰਦਾ ਤਾਂ ਇੱਕ ਪਾਸਾ ਕਰੋ, ਅਸੀਂ ਦਿਨ ਚੜ੍ਹਦੇ ਤਾਈਂ ਪਿੰਡ ਪਹੁੰਚਣ ਜੋਗੇ ਤਾਂ ਹੋਈਏ। ਅਖੀਰ ਜੈ ਰਾਮ ਨੇ ਸਾਰੀ ਗੱਲ ਸਰੀਕੇ ਕਬੀਲੇ ਦੇ ਸਿਆਣਿਆਂ ਤੇ ਛੱਡਤੀ। ਸਰੀਕੇ ਨੇ ਫੈਸਲਾ ਕੀਤਾ ਵੀ ਕਿਸ਼ਨ ਚੰਦ ਤੋਂ ਛੋਟੇ ਮੁੰਡੇ ਨਾਲ ਭਮਾਲੀਆਂ ਦੇ ਦਿੱਤੀਆਂ ਜਾਣ। ਦੋਏ ਧਿਰਾਂ ਦੇ ਪ੍ਰੋਤਾਂ ਨੇ ਇਹ ਵੀ ਫੈਸਲਾ ਕਰ ਲਿਆ ਵੀ ਜੋ ਲਗਨ ਪਹਿਲਾਂ ਮਿੱਥਿਆ ਸੀ ਉਹਦੇ ਅਨੁਸਾਰ ਹੀ ਫੇਰਿਆਂ ਦੀ ਰਸਮ ਪੂਰੀ ਕੀਤੀ ਜਾਏ। ਜਦੋਂ ਫੇਰਿਆਂ ਦੀ ਰਸਮ ਸ਼ੁਰੂ ਹੋਈ ਤਾਂ ਚਾਨਚੱਕ ਹੋਰ ਭਾਣਾ ਵਰਤ ਗਿਆ। 4 ਗੇੜੇ ਮੁੰਡੇ ਦੇ ਮਗਰ ਲਾ ਕੇ ਲਿਆਉਣ ਮਗਰੋਂ 5ਵਾਂ ਗੰਗੀ ਨੇ ਮੂਹਰੇ ਲਾ ਕੇ ਲਿਆਉਣਾ ਸੀ। ਉਹ ਪਹਿਲੇ ਗੇੜੇ ਚੱਕਰ ਖਾ ਕੇ ਅਗਨੀ ਵਾਲੇ ਪਾਸੇ ਇਉਂ ਡਿੱਗ ਪਈ ਜਿਵੇਂ ਕਿਸੇ ਨੇ ਧੱਕਾ ਮਾਰ ਕੇ ਸੁੱਟੀ ਹੋਵੇ। ਪਾਸੇ ਬੈਠੀਆਂ ਤੀਵੀਆਂ ਨੇ ਉਹਦਾ ਜੱਫਾ ਭਰ ਕੇ ਚੁੱਕ ਲਿਆ। ਉਹਦੇ ਦੁਆਲੇ ਖੇਸ ਵਲੇਟ ਕੇ ਵੱਡਾ ਭਰਾ ਰਾਮਚੰਦ ਅੰਦਰ ਲੈ ਗਿਆ, ਪਰ ਗੰਗੀ ਬੇਸੁੱਧ ਹੋ ਚੁੱਕੀ ਸੀ। ਚਿਹਰਾ ਤਣਿਆ ਗਿਆ ਸੀ, ਅੱਖਾਂ ਚੜ ਗਈਆਂ ਤੇ ਮੁੱਠੀਆਂ ਬੁਰੀ ਤਰ੍ਹਾਂ ਪਚੀੜੀਆਂ ਗਈਆਂ। ਉਹਦੇ ਕਿਤੇ ਦੰਦਲ ਤਾਂ ਨਹੀਂ ਪੈ ਗਈ? ਬੋਬੀ ਰਾਜੀ ਨੇ ਚਿੰਤਾ ਨਾਲ ਕਿਹਾ। ਦੇਖਿਆ ਤਾਂ ਸੱਚੀ ਦੰਦਲ ਪਈ ਸੀ। ਦੰਦਲ ਭੰਨੀ ਤਾਂ ਗੰਗੀ ਚੀਕਾਂ ਮਾਰਨ ਲੱਗ ਪਈ। ਟਿੱਕੀ ਰਾਤ 'ਚ ਉਹਦੀਆਂ ਚੀਕਾਂ ਦੂਰੋਂ ਤਾਈਂ ਸੁਣਦੀਆਂ ਸੀ। ਬਿੰਦਕ ਪਿੱਛੋਂ ਉਹਨੂੰ ਸੁਰਤ ਵੀ ਆ ਗਈ। ਆਸੇ-ਪਾਸੇ ਝਾਕਦਿਆਂ ਕਸੀਸ ਵੱਟ ਕੇ ਬੋਲੀ, ਮੈਨੂੰ ਅਜੇ ਤੁਸੀਂ ਫੂਕਿਆ ਨਹੀਂ, ਇੱਥੇ ਹੀ ਰੱਖੀ ਬੈਠੇ ਹੋ, ਹੁਣ ਮੈਥੋਂ ਕੀ ਕਰਾਉਣਾ ਦੱਸੋ? ਗੰਗੀ ਦੀ ਵੱਡੀ ਭਰਜਾਈ ਨੇ ਝਿੜਕ ਕੇ ਕਿਹਾ, ਜ਼ਬਾਨ ਵੱਸ 'ਚ ਰੱਖਣੀ ਬੀਬੀ, ਇਹ ਵੇਲਾ ਐਸੇ ਚੰਦਰੇ ਬੋਲ ਕੱਢਣ ਹੈ, ਬੋਲਣ ਦਾ, ਮੂਰਖ ਨਾ ਹੋਵੇ ਤਾਂ। ਗੰਗੀ ਦੀ ਮਾਂ ਤੇ ਹੋਰ ਵੱਡੀ ਉਮਰ ਦੀਆਂ ਬੁੱਢੀਆਂ ਜ਼ਾਰੋ-ਜ਼ਾਰ ਹੰਝੂ ਵਹਾਉਣ ਲੱਗ ਪਈਆਂ। ਬੋਬੀ ਪਰਸੇਨੀ ਬੋਲੀ, ਹੇ ਭਗਵਾਨ, ਤੂੰ ਕਿਸ ਵੇਲੇ ਐਸਾ ਮੰਦਾ ਲਿਖਿਆ ਸੀ? ਮੇਰ ਕਰ ਬੰਸਰੀ ਵਾਲਿਆ, ਹੁਣ ਤਾਂ ਤੇਰੇ ਰੱਖਣ ਦੇ ਆ। ਗੰਗੀ ਮੁੜ ਨਹੀਂ ਬੋਲੀ। ਅੱਧ ਸੁਰਤੀ 'ਚ ਅਹਿਲ ਲੇਟੀ ਅੱਧ ਖੁੱਲੀਆਂ ਅੱਖਾਂ ਨਾਲ ਛੱਤ ਦੀਆਂ ਕੜੀਆਂ ਵੱਲ ਝਾਕੀ ਗਈ। ਫੇਰਿਆਂ ਦੀ ਰਸਮ ਪੂਰੀ ਕਰਨੀ ਜ਼ਰੂਰੀ ਸੀ। ਸਿਆਣਿਆਂ ਦੇ ਤੇ ਦੋਏ ਪ੍ਰੋਤਾਂ ਨੇ ਫੇਰ ਮਸ਼ਵਰਾ ਕੀਤਾ ਤੇ ਬਾਕੀ ਦੀਆਂ ਲਾਵਾਂ ਗੁੜ ਦੀ ਭੇਲੀ ਨਾਲ ਪੂਰੀਆਂ ਕਰਤੀਆਂ, ਪਰ ਸੰਕਲਪ ਕੁੜੀ ਦੇ ਹੱਥੋਂ ਹੀ ਕਰਾਉਣਾ ਜ਼ਰੂਰੀ ਸੀ। ਜਦੋਂ ਸੰਕਲਪ ਕਰਾਉਣ ਲਈ ਪ੍ਰੋਤ ਅੰਦਰ ਗਿਆ, ਉਹਨੂੰ ਵੇਖਦਿਆਂ ਹੀ ਗੰਗੀ ਨੂੰ ਫੇਰ ਗਾਸ਼ ਪੈ ਗਈ। ਦੰਦਲ ਭੰਨਦਿਆਂ ਉਹਦੀ ਭਰਜਾਈ ਦੀ ਉਂਗਲ ਚਿੱਥੀ ਗਈ। ਗੰਗੀ ਦੇ ਕਾਲੇ ਪਏ ਹੋਂਠ ਲਹੂ ਨਾਲ ਰੰਗੇ ਗਏ। ਵਾਹ ਕੁੜੇ, ਕੈਸੀਆਂ ਕਸ਼ਗਨੀਆਂ ਹੋਈ ਜਾਂਦੀਆਂ। ਡਕੌਤਾਂ ਦੀ ਕਿਰਪੋ ਨੇ ਬਿਨਾਂ ਸੋਚਿਆਂ ਗੱਲ ਮੂੰਹੋਂ ਕੱਢਤੀ। ਬਾਕੀ ਸਭ ਉਸ ਵੱਲ ਘੂਰ ਕੇ ਝਾਕਦੀਆਂ ਚੁੱਪ ਕਰਕੇ ਖੜੋਤੀਆਂ ਰਹੀਆਂ। ਗੰਗੀ ਦੀ ਭਰਜਾਈ ਪਾਣੀ ਪੱਟੀ ਬੰਨ ਕੇ ਫੇਰ ਆ ਗਈ। ਗੰਗੀ ਨੇ ਅੱਖਾਂ ਪੂਰੀਆਂ ਖੋਲ ਕੇ ਆਸੇ-ਪਾਸੇ ਕੰਧਾਂ ਵੱਲ ਨਿਗਾਹ ਮਾਰੀ, ਪਰ ਕਿਸੇ ਤੀਵੀਂ ਜਾਂ ਬੰਦੇ ਵੱਲ ਨਹੀਂ ਦੇਖਿਆ। ਪ੍ਰੋਤ ਨੇ ਮੌਕਾ ਤਾੜ ਕੇ ਉਹਦਾ ਹੱਥ ਫੜਿਆ ਤੇ
ਭੇਲੀ ਨੂੰ ਛੁਆ ਲਿਆ। ਰਸਮ ਪੂਰੀ ਕਰਕੇ ਸਾਰੇ ਨਿਸ਼ਚਿੰਤ ਹੋ ਗਏ ਲੱਗੇ, ਪਰ ਗੰਗੀ ਦੀ ਹਾਲਤ ਵੇਖ ਕੇ ਸਿਆਣੇ ਚਿੰਤਾ 'ਚ ਸਨ। ਸਵੇਰੇ ਸਭ ਨੂੰ ਭੱਜ ਨੱਸ ਪਈ ਰਹੀ। ਤੜਕਸਾਰੀ ਜਦੋਂ ਗੰਗੀ ਨੂੰ ਤੋਰਨ ਦੀ ਗੱਲ ਹੋਈ ਤਾਂ ਉਹਨੂੰ ਫੇਰ ਦੰਦਲਾਂ ਪੈਣ ਲੱਗ ਪਈਆਂ। ਰਾਤ ਵਾਂਗ ਹੀ ਉਹ ਚੀਕਾਂ ਕੂਕਾਂ ਮਾਰਨ ਲੱਗ ਪਈ। ਨਾਲੇ ਉਹ ਤੋਂ ਉੱਠ ਕੇ ਤੁਰਿਆ ਵੀ ਨਹੀਂ ਸੀ ਜਾਂਦਾ। ਅਖੀਰ ਜੈ ਰਾਮ ਨੇ ਗਲ 'ਚ ਪੱਲਾ ਪਾ ਕੇ ਲੜਕੇ ਦੇ ਤਾਏ ਨੂੰ ਬੇਨਤੀ ਕੀਤੀ, ਤੁਸੀਂ ਪੰਡਤ ਜੀ ਕਾਕੇ ਨੂੰ ਤੇ 1-2 ਸਿਆਣੇ ਬੰਦਿਆਂ ਨੂੰ ਛੱਡ ਜਾਓ। ਜਦੋਂ ਬੀਬੀ ਦਾ ਚਿੱਤ ਠੀਕ ਹੋ ਗਿਆ ਅਸੀਂ ਤੋਰ ਦਿਆਂਗੇ। ਤੁਸੀਂ ਆਪਦੇ ਘਰ ਦਾ ਧਿਆਨ ਕਰੋ ਜਾ ਕੇ, ਭਗਵਾਨ ਭਲੀ ਕਰੇ, ਸਭ ਸੁੱਖ ਹੋਵੇ। ਇਹ ਗੱਲ ਸਾਰਿਆਂ ਨੂੰ ਠੀਕ ਲੱਗੀ। ਅੰਗ 13ਵਾਂ। ਨੇੜੇ ਤੇੜੇ ਦੇ ਸਾਰੇ ਪਿੰਡਾਂ 'ਚ 30-35 ਵਰ੍ਹੇ ਪਿੱਛੋਂ ਫਿਰ ਉਹੀ ਗੱਲਾਂ ਦੁਹਰਾਈਆਂ ਜਾਣ ਲੱਗ ਪਈਆਂ, ਜਿਨ੍ਹਾਂ ਨਾਲ ਪਰਸੇ ਦੀਆਂ 3 ਪੀੜ੍ਹੀਆਂ ਨੂੰ ਯਾਦ ਕਰਕੇ ਲੋਕ ਭਾਂਤ-ਭਾਂਤ ਦੀਆਂ ਕਥਾਵਾਂ ਜੋੜ-ਜੋੜ ਸੁਣਾਉਂਦੇ ਆਏ ਸੀ। ਬਹੁਤੇ ਲੋਕ ਸਵਾਦ ਲੈਣ ਦੇ ਮਾਰੇ ਹੀ ਸੁਣਦੇ ਸੁਣਾਉਂਦੇ ਸੀ, ਪਰ ਵੱਡੀ ਉਮਰ ਦੇ ਸਿਆਣੇ ਨੂੰ ਬਾਹਮਣਾ ਦੇ ਲਹੂ ਦੀ ਤਾਸੀਰ ਕਹਿੰਦੇ ਸੀ। ਅੱਜ ਪਰਸਾ ਮੂੰਹ ਨੇਰੇ ਖੇਤ ਚਲਾ ਗਿਆ। ਲੋਕ ਪੁਰਾਣੇ ਤਖਤਿਆਂ ਵੱਲ ਝਾਕ-ਝਾਕ ਮੁਸਕਰਾਉਂਦੇ ਹੱਸਦੇ ਗੱਲਾਂ ਕਰਦੇ ਲੰਘ ਰਹੇ ਸੀ। ਪਾਲੇ ਨੂੰ ਅਜਿਹੀ ਚਰਚਾ ਚੰਗੀ ਨਹੀਂ ਸੀ ਲੱਗਦੀ। ਪਾਠ ਕਰਨ ਮਗਰੋਂ ਚਾਹ ਪਾਣੀ ਪੀ ਕੇ ਉਹ ਜਿਵੇਂ ਭਰਿਆ ਪੀਤਾ ਪਰਸੇ ਕੋਲ ਖੇਤ ਚਲਾ ਗਿਆ। ਪਰਸੇ ਨੇ ਮਗਰਲੇ ਵਾਹਣ 'ਚ ਹਲ ਜੋੜਿਆ ਹੋਇਆ ਸੀ। ਦੂਰੋਂ ਪਾਲੇ ਨੂੰ ਆਉਂਦਿਆਂ ਵੇਖ ਕੇ ਚਿੱਤ ਖਿੜ ਗਿਆ ਤੇ ਹਲ ਠੱਲ ਕੇ ਪਹਿਲਾਂ ਉਹਦੇ ਵੱਲ ਵੇਖਦਾ ਰਿਹਾ, ਫਿਰ ਨਾਲ ਦੀ ਵੱਟ ਤੇ ਬਹਿ ਗਿਆ। ਉਸੇ ਵੇਲੇ ਮੀਣੇ ਨੇ ਬੜਕ ਮਾਰੀ, ਉਹ ਧੀਰਾ ਹੋ ਸਾਊ, ਹੁਣ ਰਹਿ ਕਿੰਨੀ ਕੁ ਗਈ, ਕਾਹਲਾ ਕਾਹਨੂੰ ਪੈਣਾ? ਫਿਰ ਮੁਸਕਰਾ ਕੇ ਹੌਲੀ ਜੀ ਕਿਹਾ, ਉਹ ਵੇਖ ਤੇਰਾ ਤਾਇਆ ਆਉਂਦਾ, ਅੱਜ ਤਾਂ ਕੀੜੀ ਦੇ ਘਰ ਭਗਵਾਨ ਆਇਆ। ਉਹ ਕਮਲਿਆ, ਅੱਜ ਕੋਈ ਕੂੜਾ ਕੰਮ ਕਰਨ ਦਾ ਵੇਲਾ ਹੈ। ਹੁਣ ਤਾਂ ਬਾਬੇ ਫਰੀਦ ਦਾ ਸ਼ਲੋਕ ਉਚਰੋ ਬਈ, ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਰਾਗੀ ਖੁੰਡੀ ਤੇ ਝੂਲਦਾ ਹੌਲੀ ਹੌਲੀ ਤੁਰਿਆ ਆਉਂਦਾ ਬੱਤਖ ਵਰਗਾ ਲੱਗਿਆ। ਦੂਰੋਂ ਹੀ ਖੁੰਡੀ ਦਾ ਇਸ਼ਾਰਾ ਕਰਕੇ ਪਰਸੇ ਨੂੰ ਸਮਝਾਤਾ ਕਿ ਟਾਲੀ ਵੱਲ ਆ ਜਾਏ। ਲੋ ਵੀ ਜਵਾਨੋ, ਹੁਣ ਤੁਹਾਨੂੰ ਵੀ ਛੁੱਟੀ, ਆਥਣੇ ਦੇਖੀ ਜਾਓ। ਪਰਸੇ ਨੇ ਪਾਲੇ ਦੀ ਸੈਨਤ ਸਮਝਦਿਆਂ ਹਲ ਛੱਡ ਦਿੱਤਾ ਤੇ ਬਲਦਾਂ ਨੂੰ ਥਾਪੀ ਦੇ ਕੇ ਕੋਠੇ ਵੱਲ ਤੁਰ ਪਿਆ। ਮੀਣੇ ਨੇ ਧੌਣ ਨੀਵੀਂ ਕਰਕੇ ਫੇਰ ਬੜਕ ਮਾਰੀ ਤੇ ਮੂਰਲੇ ਖੱਬੇ ਪੈਰ ਨਾਲ ਵਾਹੇ ਵਾਹਣ ਦੀ ਮਿੱਟੀ ਇੰਨੀ ਜ਼ੋਰ ਦੀ ਪਿਛਾਂਹ ਵਗਾ ਮਾਰੀ ਕਿ ਨਿੱਕਾ ਜਿਹਾ ਧੂੜ ਦਾ ਬੱਦਲ ਦੁਸੰਗੀ ਕਿੱਕਰ ਦੇ ਸਿਖਰ ਤਾਈਂ ਜਾ ਚੜਿਆ। ਪਰਸੇ ਨੇ ਪਿਛਾਂਹ ਭੌਂ ਕੇ ਮੀਣੇ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ, ਚੱਲ ਹੁਣ ਜਾਣ ਦੇ ਹਰਖ ਨੂੰ, ਕੋਠੇ ਮੂਹਰੇ ਆ ਜਾਓ ਦੋਏ ਭਰਾ। ਉਹਦੀ ਆਵਾਜ਼ ਸੁਣ ਕੇ ਗਲ ਪਾਇਆ ਰੱਸਾ ਘੜੀਸਦਾ ਤੇ ਹਾਥੀ ਵਾਂਗ ਝੂਲਦਾ ਮੀਣਾ ਪਰਸੇ ਦੇ ਮਗਰ ਆਇਆ ਤਾਂ ਸਾਵਾ ਵੀ ਮੀਣੇ ਦੀਆਂ ਪੈੜਾਂ 'ਚ ਪੈੜਾਂ ਧਰਦਾ ਪਿੱਛੇ ਪਿੱਛੇ ਤੁਰ ਪਿਆ। ਪਰਸੇ ਦੇ ਅਪੜਨ ਤਾਈਂ ਪਾਲਾ ਮੰਜੇ ਉੱਤੇ ਬਹਿ ਕੇ ਜੁੱਤੀ ਝਾੜਨ ਲੱਗ ਪਿਆ ਸੀ। ਮਗਰੋਂ ਚਿੱਟੇ ਮੂਕੇ ਨਾਲ ਮੂੰਹ ਪੂੰਝਦਿਆਂ ਬੋਲਿਆ, ਅੱਜ ਤਾਂ ਦਿਨ ਹਲ ਜੋੜੇ ਬਿਨਾਂ ਸਰਦਾ ਨਹੀਂ ਸੀ ਭਲਾ। ਸਤਿ ਸ੍ਰੀ ਅਕਾਲ ਰਾਗੀਆ, ਪਰਸੇ ਨੇ ਨੇੜੇ ਆਉਂਦਿਆਂ ਕਿਹਾ ਤੇ ਫਿਰ ਮੁਸਕਰਾ ਕੇ ਬੋਲਿਆ, ਕਿਉਂ ਅੱਜ ਕੋਈ ਮਾੜੀ ਸੈਂਤ ਆ? ਇਹ ਤਾਂ ਦਿਨ ਹੀ ਬਲਾ ਚੰਗਾ, ਅੱਜ ਦਾ ਤਾਂ ਸਾਹਾ ਹੀ ਬਹੁਤ ਨਿਕਲਿਆ। ਚੱਲ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰ। ਫਤਿਹ ਤਾਂ ਤੇਰੀ ਦਿਨ ਚੜ੍ਹਨ ਤੋਂ ਪਹਿਲਾਂ ਦੀ ਪ੍ਰਵਾਨ ਕਰੀ ਜਾਂਦੇ ਆ, ਸਾਰਾ ਪਿੰਡ ਹੀ। ਕਿਉਂ? ਪੋਲਾ ਜਿਹਾ ਹੱਸਦਿਆਂ ਪਰਸਾ ਬੋਲਿਆ, ਅੱਜ ਤਾਂ ਰਾਗਿਆ ਕੁਛ ਰੰਜਿਸ਼ 'ਚ ਲੱਗਦਾ, ਐਸਾ ਕੀ ਪਾਪ ਹੋ ਗਿਆ ਮੈਥੋਂ? ਐਂ ਤਾਂ ਨਾ ਕਰ ਵੱਡੇ ਸਾਈਂ ਮੇਰੇ ਨਾਲ। ਪਾਲਾ ਬਿੰਦ ਦਾ ਬਿੰਦ ਬੋਲ ਨਹੀਂ ਸਕਿਆ। ਪਰਸਾ ਉਹਦੇ ਸਾਹਮਣੇ ਟਾਲੀ ਹੇਠ ਬਣਾਈ ਖੁਰਲੀ ਤੇ ਆ ਬੈਠਾ। ਮਗਰੋਂ ਮੀਣਾ ਵੀ ਨੇੜੇ ਆ ਗਿਆ। ਉਹਨੇ ਪਹਿਲਾਂ ਦੂਰ ਰੁਕ ਕੇ ਪਾਲੇ ਨੂੰ ਗੌਰ ਨਾਲ ਦੇਖਿਆ, ਫਿਰ ਜਦੋਂ ਉਹਦੇ ਨੇੜੇ ਜਾਣ ਲਈ ਔਲਿਆ ਤਾਂ ਪਰਸੇ ਨੇ ਉਹਨੂੰ ਹੱਥ ਦੀ ਸੈਨਤ ਨਾਲ ਰੋਕਦਿਆਂ ਕਿਹਾ, ਨਾ ਬੱਚੂ, ਅੱਜ ਤਾਂ ਸਿੰਘ ਸਾਹਿਬ ਕੁਛ ਕਹਿਰਵਾਨ ਹੈ, ਦੂਰੋਂ ਹੀ ਫਤਿਹ ਗਜਾ ਦੇ। ਮੀਣੇ ਨੇ ਉਸ ਵੱਲ ਤੀਜੀ ਬੜਕ ਮਾਰੀ ਤੇ ਖੁਰਲੀ ਦੇ ਕੋਲ ਜਾ ਕੇ ਖੜੋ ਗਿਆ। ਪਾਲੇ ਨੇ ਐਨਕਾਂ ਠੀਕ ਕਰਦਿਆਂ ਮੀਣੇ ਦੇ ਢਲਵੇਂ ਸਿੰਘਾਂ ਤੇ ਸ਼ਿਕਾਰੀ ਕੁੱਤੇ ਵਾਂਗ ਆਕੜੇ ਤੇ ਕੁਝ ਉਤਾਂਹ ਚੁੱਕੇ ਕੰਨਾਂ ਵੱਲ ਦੇਖਿਆ। ਫਿਰ ਉਹਦੀਆਂ ਦਗ-ਦਗ ਕਰਦੀਆਂ ਚਮਕੀਲੀਆਂ ਤੇ ਮੋਟੀਆਂ ਅੱਖਾਂ 'ਚ ਸਿੱਧਾ ਝਾਕਦਿਆਂ ਪਤਾ ਨਹੀਂ ਮਨ 'ਚ ਕਿਹਾ ਉਛਾਲ ਉੱਠਿਆ ਕਿ ਅੱਖਾਂ ਸਿੱਲੀਆਂ ਹੋ ਗਈਆਂ। ਆਪਣੇ ਢੰਗ ਨਾਲ ਉਹਨੇ ਖੱਬੇ ਹੱਥ ਨਾਲ ਐਨਕ ਤਾਂ ਕੀਤੀ, ਸੱਜੇ ਨਾਲ ਖੱਦਰ ਦੇ ਚਿੱਟੇ ਮੁੱਕੇ ਦਾ ਲੜ ਫੜ ਕੇ ਅੱਖਾਂ ਪੂੰਝਣ ਲੱਗ ਪਿਆ। ਪਰਸੇ ਦਾ ਮਨ ਵੀ ਕੁਝ ਟਹਿਲਾ ਪੈ ਗਿਆ, ਪਰ ਉਸੇ ਵੇਲੇ ਮੁਸਕਰਾ ਕੇ ਸਥਿਰ ਗੰਭੀਰ ਆਵਾਜ਼ 'ਚ ਕਿਹਾ, ਕੀ ਗੱਲ ਰਾਗੀਆ, ਕੋਈ ਪੁਰਾਣੀ ਸਾਖੀ ਤਾਂ ਨਹੀਂ ਚੇਤੇ ਆ ਗਈ? ਰਾਗੀ ਜਵਾਨੀ 'ਚ ਜਦੋਂ ਕੀਰਤਨ ਕਰਦਿਆਂ ਕੋਈ ਸਾਖੀ ਸੁਣਾਉਣ ਲੱਗ ਪੈਂਦਾ ਤਾਂ ਕਈ ਪ੍ਰਸੰਗਾਂ ਸਮੇਂ ਉਹਦੀਆਂ ਅੱਖਾਂ ਭਰ ਆਉਂਦੀਆਂ ਤੇ ਗਲ ਰੁਕ ਜਾਂਦਾ। ਹੌਲੀ ਹੌਲੀ ਮੁੱਕੇ ਨਾਲ ਅੱਖਾਂ ਪੂੰਝਣ ਮਗਰੋਂ ਉਸ ਸਾਖੀ ਵਿੱਚ ਛੱਡ ਕੇ ਕੋਈ ਧਾਰਨਾ ਲਾਉਣ ਲੱਗ ਪੈਂਦਾ ਤੇ ਜਦੋਂ ਮਨ ਸਥਿਰ ਹੁੰਦਾ ਤਾਂ ਮੁੜ ਸਾਖੀ ਦੀ ਲੜੀ ਛੋਹ ਲੈਂਦਾ। ਪਰਸੇ ਨੇ ਨੇਕਾਂ ਵਾਰੀ ਉਹਨੂੰ ਇਸ ਹਾਲਤ 'ਚ ਦੇਖਿਆ ਸੀ, ਵਿਸ਼ੇਸ਼ ਕਰਕੇ ਜਦੋਂ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਰਹੰਦ ਵਿਖੇ ਨੀਹਾਂ 'ਚ ਚਿਣੇ ਜਾਣ ਦਾ ਪ੍ਰਸੰਗ ਸੁਣਾ ਰਿਹਾ ਹੁੰਦਾ ਤਾਂ ਕਈ ਵਾਰੀ ਬਹੁਤਾ ਹੀ ਭਾਵੁਕ ਹੋ ਜਾਂਦਾ। ਕਿੰਨਾ ਚਿਰ ਅੱਖਾਂ ਪੂੰਝਦਾ ਰਹਿੰਦਾ, ਕਈ ਵਾਰ ਤਾਂ ਹਟਕੋਰੇ ਵੀ ਭਰਨ ਲੱਗ ਪੈਂਦਾ। ਰਾਗੀ ਨੇ ਅੱਖਾਂ ਪੂੰਝ ਕੇ ਪਰਸੇ ਵੱਲ ਨਿਗਾਹ ਟਿਕਾ ਕੇ ਦੇਖਿਆ, ਪਰ ਉਹ ਅਡੋਲ ਸੀ। ਸਹਿਮ, ਭੈ ਜਾਂ ਉਦਾਸੀ ਦਾ ਕੋਈ ਚਿੰਨ੍ਹ ਉਹਦੇ ਚਿਹਰੇ ਤੇ ਨਹੀਂ ਸੀ।
ਤੈਨੂੰ ਸਾਰੀ ਕਰਤੂਤ ਦਾ ਪਤਾ ਲੱਗ ਗਿਆ? ਆ ਜਿਹੜੀ ਬਸੰਤੇ ਨੇ ਕੀਤੀ ਹੈ, ਕੁਝ ਭਾਰੀ ਆਵਾਜ਼ 'ਚ ਪਾਲੇ ਨੇ ਕਿਹਾ। ਪਰਸਾ ਉਵੇਂ ਅਡੋਲ ਬੈਠਾ ਸਥਿਰ ਆਵਾਜ਼ 'ਚ ਬੋਲਿਆ, ਮੈਂ ਕਿਹੜਾ ਉਹਦੇ ਮਗਰ ਤੁਰਿਆ ਫਿਰਦਾ ਰਾਗੀਆ, ਆਖਰ ਮੈਨੂੰ ਕਿਵੇਂ ਪਤਾ ਲੱਗੇ ਵੀ ਉਹ ਕਿੱਥੇ ਕੀ ਕਰਦਾ ਫਿਰਦਾ? ਰਾਗੀ ਨੇ ਜਦੋਂ ਹੋਰ ਗੌਰ ਨਾਲ ਪਰਸੇ ਦੇ ਚਿਹਰੇ ਵੱਲ ਦੇਖਿਆ ਤਾਂ ਸ਼ੱਕ ਪਿਆ ਕਿ ਉਹਨੂੰ ਸ਼ਾਇਦ ਕਿਸੇ ਗੱਲ ਦਾ ਸੱਚੀ ਪਤਾ ਨਹੀਂ ਸੀ। ਐਵੇਂ ਹੱਸ ਕੇ ਨਾ ਟਾਲ, ਸਿੱਧੀ ਗੱਲ ਦੱਸ। ਹੋਰ ਸਿੱਧੀ ਕਿਵੇਂ ਹੁੰਦੀ ਹੈ? ਮੈਨੂੰ ਤਾਂ ਕੱਲ ਜਾਣ ਲੱਗਿਆ ਇੰਨਾ ਕਹਿ ਰਿਹਾ ਸੀ ਵੀ ਜਿਹੜੇ ਕਿਆਰੇ ਨੂੰ ਪਾਣੀ ਲਾਇਆ ਸੀ ਉਹ ਵਾਲੀ ਨਹੀਂ ਵੱਤ ਜਾਂਦੀ ਰਹੂ। ਉਦੋਂ ਮਗਰੋਂ ਮੁੜਿਆ ਨਹੀਂ। ਫਿਰ ਮੈਂ ਕੀ ਜਾਣਾ ਕੀ ਕਰਦਾ ਫਿਰਦਾ? ਨਾਲੇ ਉਹ ਜਵਾਨ ਮੁੰਡਾ ਹੈ, ਜਵਾਨ ਜਹਾਨ ਮੁੰਡਾ ਹੈ, ਜਿੱਥੇ ਮਰਜ਼ੀ ਤੁਰਿਆ ਫਿਰੇ। ਕਿਹੜਾ ਕੁੜੀ ਆ ਵੀ ਕੋਈ ਲਾਂਭਾ ਆਊ? ਹੁਣ ਵੀ ਉਹ ਆਪ ਮਤਾ ਹੈ, ਕੁਝ ਦੱਸਦਾ ਤਾਂ ਹੈ ਨਹੀਂ, ਤੇ ਮੈਂ ਪੁੱਛ ਕੇ ਲੈਣਾ ਵੀ ਕੀ ਹੈ? ਰਾਗੀ ਨੂੰ ਗੁੱਸਾ ਆ ਗਿਆ। ਉਰੇ ਤਾਂ ਕੰਬਦੀ ਆਵਾਜ਼ 'ਚ ਬੋਲਿਆ, ਜੇ ਉਹ ਕੋਈ ਬੰਦਾ ਮਾਰ ਦੇ ਤੈਨੂੰ ਤਾਂ ਫਿਰ ਵੀ ਕੋਈ ਫਰਕ ਨਹੀਂ ਪੈਣਾ, ਹੈ ਨਾ? ਪਰਸਾ ਫੇਰ ਮੁਸਕਰਾ ਪਿਆ। ਉਹਦੇ ਗੋਡੇ ਨਾਲ ਸਿਰ ਰਗੜਨ ਆ ਲੱਗੇ ਮੀਣੇ ਦੇ ਖੱਬੇ ਕੰਨ ਹੇਠ ਖੁਰਕ ਕਰਦਿਆਂ ਹੱਸ ਕੇ ਬੋਲਿਆ, ਇਹ ਕੋਈ ਅਣਹੋਣੀ ਗੱਲ ਹੈ? ਉਹਦੇ ਪਿਓ ਦਾਦੇ ਇਹ ਕੁਝ ਕਰਦੇ ਆਏ ਆ, ਤੇ ਜੇ ਉਹ ਕੋਈ ਕਾਰਾ ਕਰੂ ਤਾਂ ਖਾਨਦਾਨ ਦੀ ਰੀਤ ਹੀ ਪਾਲੂ। ਕੋਈ ਅੱਲੋਕਾਰ ਗੱਲ ਤਾਂ ਹੈ ਨਹੀਂ ਰਾਗੀਆ। ਉਹ ਇੱਕ ਖਸਮਾ ਜਿਵੇਂ ਚੀਕਦਾ ਹੋਇਆ ਪਾਲਾ ਸਿੰਘ ਬੋਲਿਆ, ਇਹ ਰੀਤ ਦਾ ਲਾਹਾ ਹੁਣ ਕਿਸੇ ਪੀੜ੍ਹੀ ਨੇ ਵੀ ਨਹੀਂ ਪਾੜਨਾ ਕਿ ਜੁਗੋ ਜੁਗ ਰੀਤ ਐਵੇਂ ਚੱਲੂ ਪੁੱਠੇ ਰਾਹ? ਪਰਸਾ ਮੁਸਕਰਾਉਂਦਾ ਰਿਹਾ, ਫਿਰ ਕਰੜ ਬਰੜੀਆਂ ਮੁੱਛਾਂ ਉੱਤੇ ਹੱਥ ਫੇਰਦਿਆਂ ਬੋਲਿਆ, ਲੀਹਾਂ ਕਿਉਂ ਪਾੜਨ? ਜਿਹੜੀਆਂ ਰਗਾਂ 'ਚ ਪਿਓ ਦਾਦੇ ਦਾ ਖੂਨ ਹੋਵੇ, ਉਹ ਤੇਰਾ ਖਿਆਲ ਹੈ ਮਾਰ ਖਾ ਕੇ ਅੰਦਰ ਜਾ ਲੁਕੇ ਤੇ ਖੇਸ ਲੈ ਕੇ ਪੈ ਜੇ? ਮੂੰਹ ਸਿਰ ਵਲੇਟ ਕੇ ਲੀਹਾਂ ਪਾੜ ਕੇ ਗਿੱਦੀ ਬਣਨਾ ਚੰਗਾ ਰਾਗੀ ਆ? ਸੱਚੋ ਸੱਚ ਦੱਸੀ। ਤੇ ਰਾਗੀ ਨੂੰ ਗੱਲ ਨਹੀਂ ਆਉੜੀ। ਪਰਸੇ ਦੇ ਮੂੰਹ ਵੱਲ ਝਾਕਦਾ ਰਿਹਾ। ਬਿੰਦਕ ਮਗਰੋਂ ਠਰਮੇ ਨਾਲ ਬੋਲਿਆ, ਪਰ ਪਿਓ ਦਾਦੇ ਦਾ ਲਹੂ ਇੰਨਾ ਹੀ ਸਸਤਾ ਹੁੰਦਾ ਹੈ ਵੀ ਬੰਦਾ ਅਜਾਈ ਇਹੋ ਜਿਹੇ ਕਾਰਿਆਂ ਤੇ ਡੋਲਦਾ ਫਿਰੇ? ਇਹੋ ਜਿਹੇ ਕਾਰੇ? ਕਿਹੋ ਜਿਹੇ ਕਾਰਿਆਂ ਦੀ ਗੱਲ ਕਰਦਾ ਤੂੰ ਪਾਲਾ ਸਿੰਘ? ਮੈਨੂੰ ਨਹੀਂ ਸਮਝ ਆਈ, ਸਿੱਧੀ ਗੱਲ ਦੱਸ। ਪਾਲਾ ਸਿੰਘ ਫਿਰ ਚੁੱਪ ਕਰ ਗਿਆ। ਉਹਨੂੰ ਜਾਪਿਆ ਪਰਸਾ ਹੁਣ ਘਾਬਰੇਗਾ ਤੇ ਫਿਰ ਉਹ ਕੋਈ ਪੁੱਠੀ ਸਿੱਧੀ ਗੱਲ ਵੀ ਕਹਿ ਬੈਠੇਗਾ। ਇਸ ਕਰਕੇ ਅਜਿਹੇ ਵੇਲੇ ਉਹ ਬਹੁਤ ਸੰਭਲ ਕੇ ਬੋਲਦਾ ਸੀ। ਕੁਝ ਚਿਰ ਚੁੱਪ ਰਹਿਣ ਮਗਰੋਂ ਬੋਲਿਆ, ਅੱਛਾ ਜੇ ਹੁਣ ਉਹਨਾਂ ਨੇ ਪਰਚਾ ਕਟਾਤਾ ਹੋਇਆ ਫੇਰ ਕੀ ਬਣੂ? ਫਿਰ ਉਹਨੂੰ ਕੋਈ ਫਾਹੇ ਲਾ ਦੂ। ਪਰਸਾ ਰਤਾ ਕਰੜੀ ਆਵਾਜ਼ 'ਚ ਬੋਲਿਆ, ਤੇ ਜੇ ਲਾ ਵੀ ਦਊ ਤਾਂ ਫਾਹੇ ਵੀ ਤਾਂ ਮਾਂ ਪੁੱਤ ਹੀ ਲੱਗਦੇ ਆ। ਕਦੇ ਕੋਈ ਖੁਸਰਾ ਫਾਹੇ ਲੱਗਦਾ ਸੁਣਿਆ? ਕਈ ਵਾਰ ਬਈ ਪਾਲਾ ਸਿਆਂ ਤੂੰ ਐਵੇਂ ਘਬਰਾ ਜਾਣਾ, ਇਹ ਭਲਾ ਕਿਹੜੀ ਗੱਲਾਂ 'ਚੋਂ ਗੱਲ ਆ? ਇਹ ਕਹਿ ਕੇ ਉਹ ਮੀਣੇ ਤੇ ਖੁਰਲੀ ਵੱਲ ਝਾਕਦਿਆਂ ਉੱਠ ਕੇ ਕੋਠੇ ਦੇ ਅੰਦਰ ਚਲਾ ਗਿਆ। ਜਦੋਂ ਤੂੜੀ ਦਾ ਟੋਕਰਾ ਭਰ ਕੇ ਬਾਹਰ ਨਿਕਲਿਆ ਤਾਂ ਪਾਲੇ ਦਾ ਚਿਹਰਾ ਉਤਰਿਆ ਹੋਇਆ ਸੀ। ਉਹ ਬੋਲਣਾ ਚਾਹੁੰਦਿਆਂ ਵੀ ਬੋਲ ਨਹੀਂ ਸੀ ਸਕਿਆ। ਪਰਸੇ ਨੇ ਤੂੜੀ ਦਾ ਟੋਕਰਾ ਖੁਰਲੀ 'ਚ ਸੁੱਟ ਕੇ ਉੱਤੇ ਦਾਣੇ ਦਾ ਬੁੱਕ ਬਰੂਰ ਦਿੱਤਾ। ਦੋਏ ਬਲਦ ਆਹਰ ਲੱਗ ਗਏ। ਪਰਸਾ ਮੁੜ ਖੁਰਲੀ ਦੀ ਬੰਨੀ ਤੇ ਆਪ ਕੇ ਬੈਠਦਾ ਹੱਸ ਪਿਆ। ਫਿਰ ਉੱਚੀ ਆਵਾਜ਼ 'ਚ ਕਹਿਣ ਲੱਗਾ, ਰਾਗਿਆ ਤੂੰ ਐਡਾ ਗਿਆਨਵਾਨ ਪੁਰਸ਼ ਹੋ ਕੇ ਅਜੇ ਮੂੰਹ ਮਾਇਆ ਦੇ ਜਾਲ 'ਚ ਨਿਕਲ ਨਹੀਂ ਸਕਿਆ ਤਾਂ ਸਾਡੇ ਵਰਗੇ ਨਰਕੀ ਜੀਵ ਕਿਵੇਂ ਨਿਕਲਣਗੇ? ਪਾਲਾ ਸਿੰਘ ਐਨਕ ਲਾ ਕੇ ਫਿਰ ਉਵੇਂ ਮੂਕੇ ਦੇ ਲੜ ਨਾਲ ਸ਼ੀਸ਼ੇ ਸਾਫ਼ ਕਰਨ ਲੱਗ ਪਿਆ। ਕਿੰਨਾ ਚਿਰ ਅੱਖਾਂ ਮੀਟ ਕੇ ਬੈਠਾ ਰਿਹਾ। ਚਿਹਰਾ ਗੰਭੀਰ ਤੇ ਮੱਥੇ ਦੀਆਂ ਲੇਟਵੀਆਂ ਤਿਉੜੀਆਂ ਸੰਘਣੀਆਂ ਹੁੰਦੀਆਂ ਗਈਆਂ। ਪਰਸੇ ਨੂੰ ਉਹਦਾ ਇਹ ਰੂਪ ਵੀ ਮਨਮੋਹਣਾ ਲੱਗਿਆ। ਰਾਗੀਆ, ਉਹ ਬੜੀ ਧੀਮੀ ਆਵਾਜ਼ 'ਚ ਬੋਲਿਆ, ਤੈਨੂੰ ਇਉਂ ਬੈਠਾ ਦੇਖ ਕੇ ਮਨ ਬੜਾ ਸ਼ਾਂਤ ਹੁੰਦਾ ਹੈ, ਕੋਈ ਦੁਬਿਧਾ ਨਹੀਂ ਰਹਿੰਦੀ। ਜੇ ਕਿਤੇ ਮੈਨੂੰ ਤੇਰੇ ਜਿੰਨਾ ਗਿਆਨ ਹੁੰਦਾ ਮੈਂ ਤਾਂ ਆਪ ਪ੍ਰਚਾਰਕ ਜਾਂ ਸਾਧ ਬਣ ਜਾਂਦਾ। ਫਿਰ ਮਿੱਟੀ ਨਾਲ ਮੱਥਾ ਜ਼ਰੂਰ ਮਾਰਨਾ ਸੀ। ਪਾਲੇ ਨੇ ਐਨਕ ਲਾ ਕੇ ਅੱਖਾਂ ਖੋਲਦਿਆਂ ਸਿੱਧਾ ਉਹਦੀਆਂ ਅੱਖਾਂ 'ਚ ਤੱਕਿਆ। ਪਰਸਾ ਸੱਚ ਹੀ ਕਹਿ ਰਿਹਾ ਸੀ, ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਉਹਦਾ ਮੌਕਾ ਲੱਗਦਾ ਜਾਂ ਮਨ ਭੌਂ ਜਾਂਦਾ ਤਾਂ ਉਹ ਡਾਕੂ ਵੀ ਬਣ ਸਕਦਾ ਸੀ। ਸਭ ਕੁਝ ਤਿਆਗ ਕੇ ਸਾਧ ਵੀ ਹੋ ਸਕਦਾ ਸੀ। ਉਹਦੇ ਅੰਦਰ ਸ਼ਾਇਦ ਸਭ ਕਾਸੇ ਦੀ ਸਮਰੱਥਾ ਸੀ। ਵਾਹਿਗੁਰੂ ਸਤਨਾਮ, ਤੂੰ ਹੀ ਸੱਚੇ ਪਾਤਸ਼ਾਹ, ਤੇਰੀ ਮਾਇਆ ਅਪਰੰਪਾਰ, ਤੂੰ ਧੰਨ ਹੈ। ਪਾਲਾ ਹਰੇਕ ਸ਼ਬਦ ਨਖੇੜ ਕੇ ਬੋਲਦਾ ਜਿਵੇਂ ਆਪ ਮੁਹਾਰਾ ਹੀ ਬੋਲਣ ਲੱਗ ਪਿਆ। ਪਰਸਿਆ, ਤੇਰੀ ਵੀ ਲੀਲਾ ਨਿਆਰੀ ਹੈ। ਸਾਡੇ ਕੂੜੇ ਗਿਆਨ ਸਭ ਵਿਅਰਥ ਹੈ। ਸਾਰੀ ਉਮਰ ਜਦੋਂ ਤੈਨੂੰ ਇੱਕ ਗੱਲ ਨਹੀਂ ਸਮਝਾ ਸਕਿਆ ਤਾਂ ਮੇਰਾ ਗਿਆਨ ਧਿਆਨ ਤਾਂ ਇੱਥੇ ਖੂਹ 'ਚ ਪੈ ਗਿਆ। ਗਾਹਾਂ ਇਹ ਕਿਸ ਕੰਮ ਦਾ? ਨਰਕੀ ਜੀਵ ਤਾਂ ਅਸਲ 'ਚ ਮੈਂ ਆ। ਐਸੀ ਕਿਹੜੀ ਗੱਲ ਹੈ ਜਿਹੜੀ ਮੈਨੂੰ ਸਾਰੀ ਉਮਰ ਸਮਝ ਨਹੀਂ ਆਈ ਬਾਈ ਜੀ? ਪਾਲੇ ਨੇ ਮੁੜ ਅੱਖਾਂ ਮੀਚ ਲੀਆਂ। ਬਿੰਦ ਦਾ ਬਿੰਦ ਜਿਵੇਂ ਅੰਤਰ ਧਿਆਨ ਹੋ ਗਿਆ। ਫਿਰ ਬੜਵਾਇਆ ਬੋਲਿਆ, ਇਹੋ ਵੀ ਗ੍ਰਸਤ ਮਾਰਗ ਸਭ ਤੋਂ ਉੱਤਮ ਹੈ। ਇਸੇ ਵਿੱਚ ਰਹਿੰਦਿਆਂ ਮੋਕਸ਼ ਪ੍ਰਾਪਤ ਹੋ ਸਕਦੀ ਹੈ। ਸਾਧ ਸੰਤ ਬਣਨਾ ਤਾਂ ਭਟਕਣਾ ਹੈ। ਕਿਉਂ ਸਮਝ ਕਿਉਂ ਨਹੀਂ ਆਈ? ਮੈਂ ਤਾਂ ਸਮਝੀ ਸਾਰੀ ਉਮਰ 'ਚ ਤੈਥੋਂ ਇਹੋ ਇੱਕ ਗੱਲ ਹੈ ਬਈ
ਇਹੋ ਮਾਰਗ ਸੱਚਾ, ਨਹੀਂ ਮੈਥੋਂ ਵੀ ਤੇਰੀ ਵਾਂਗੂ ਪਰਮਾਰਥ ਨਾ ਸਵਾਰਿਆ ਜਾਂਦਾ। ਪਰਸੇ ਦੇ ਚਿਹਰੇ ਤੇ ਅਜੀਬ ਤਰ੍ਹਾਂ ਦੀ ਮੁਸਕਰਾਹਟ ਸੀ। ਪਾਲੇ ਨੂੰ ਉਹ ਡੂੰਘਾ ਵਿਅੰਗ ਵੀ ਲੱਗਦਾ ਸੀ ਤੇ ਗੰਭੀਰ ਗੱਲ ਵੀ। ਇਹੋ ਪਰਸੇ ਦੇ ਸੁਭਾਅ ਦਾ ਗੋਝ ਸੀ ਜਿਹੜਾ ਉਹਨੂੰ ਸਾਰੀ ਉਮਰ ਸਮਝ ਨਹੀਂ ਸੀ ਆਇਆ। ਇਸੇ ਕਰਕੇ ਅਖੀਰ ਉਸ ਅੱਗੇ ਹਥਿਆਰ ਸੁੱਟ ਦਿੰਦਾ। ਤੇਰੀਆਂ ਤੂੰ ਜਾਣੇ ਕਰਤਾਰ, ਤੇਰੀਆਂ ਤੂੰ ਜਾਣੇ। ਹੱਥ ਜੋੜ ਕੇ ਮੱਥੇ ਨੂੰ ਲਾਉਂਦਿਆਂ ਰਾਗੀ ਨੇ ਕਿਹਾ, ਤੈਥੋਂ ਨਹੀਂ ਕੋਈ ਜਿੱਤ ਸਕਦਾ, ਨਾ ਤੈਨੂੰ ਕੁਝ ਕੋਈ ਸਮਝਾ ਸਕਦਾ। ਤੂੰ ਤਾਂ ਰਹਿਣਾ ਹੀ ਦੇਵਪੁਰੀ 'ਚ ਹੈ। ਇਹ ਤਾਂ ਹੁਣ ਐਵੇਂ ਲਾਂਭਾ ਦੇਈ ਜਾਂਦਾ ਜਾਂ ਫਿਰ ਹੱਡ ਤੇ ਮਾਰਦਾ। ਸ਼ਰੀਕ ਹੋਣ ਕਰਕੇ ਉਹ ਹੱਸ ਪਿਆ, ਪਰ ਰਾਗੀ ਨਹੀਂ ਹੱਸ ਸਕਿਆ, ਉਵੇਂ ਗੰਭੀਰ ਰਿਹਾ। ਵਾਕੇ ਤੋਂ ਮਗਰੋਂ ਬਸੰਤਾ ਮਹਿਤੇ ਵੱਲ ਹੋ ਕੇ ਪੁੱਠੇ ਸਿੱਧੇ ਰਾਹੀਂ ਪਿੰਡ ਆਇਆ ਤੇ ਅੱਧੀ ਰਾਤ ਮਗਰੋਂ ਆਪਣੇ ਖੇਤਾਂ ਵਾਲੀ ਝਿੜੀ 'ਚ ਉੱਥੇ ਹੀ ਜੰਡ ਦੀਆਂ ਜੜ੍ਹਾਂ 'ਚ ਪਿਸਤੌਲ ਦੱਬ ਗਿਆ ਜਿੱਥੋਂ ਕੱਢ ਕੇ ਲੈ ਗਿਆ ਸੀ। ਫਿਰ ਦਿਨ ਕਿਵੇਂ ਕਿਤੇ ਲੁਕ ਛਿਪ ਕੇ ਬਤਾਇਆ, ਇਹ ਉਹੋ ਹੀ ਜਾਣੇ। ਪਰ ਸੋਤੇ ਹੋਏ ਪੁਰਾਣੇ ਕਿਲੇ ਵਰਗੇ ਥਾਣੇ ਦੇ ਬੂਹੇ ਮੂਹਰੇ ਖੜੋਤੇ ਸੰਤਰੀ ਨੂੰ ਪੁੱਛਿਆ, ਹੌਲਦਾਰ ਸਾਹਿਬ, ਵੱਡਾ ਸਰਦਾਰ ਸਾਹਿਬ ਅੰਦਰ ਹੈ? ਕਿਉਂ? ਸੰਤਰੀ ਨੇ ਸ਼ੱਕੀ ਨਜ਼ਰ ਨਾਲ ਉਸ ਵੱਲ ਵੇਖਿਆ। ਇੱਕ ਰਪਟ ਦਰਜ ਕਰਾਉਣੀ ਸੀ। ਕੋਈ ਤੀਵੀਂ ਕੱਢ ਕੇ ਲੈ ਗਿਆ ਕਿ ਕਿਸੇ ਨੇ ਬੰਦਾ ਮਾਰਤਾ? ਬਸੰਤਾ ਚੁੱਪ ਕਰਕੇ ਉਹਦੇ ਮੂੰਹ ਵੱਲ ਝਾਕਦਾ ਰਿਹਾ ਤੇ ਫਿਰ ਥਾਣੇ ਦੇ ਉੱਚੇ ਮਹਿਰਾਬੀ ਬੂਹੇ ਦੇ ਸਿਖਰ ਲੱਗੇ ਤੇ ਬੁਝੇ ਹੋਏ ਇੱਕ ਪੁਰਾਣੇ ਗੈਸ ਦੀ ਧੁਆਂਖੀ ਚਿਮਨੀ ਤੇ ਉਹਦੇ ਨਾਲ ਹੀ ਲੱਗੇ ਇੱਕ ਬੱਲਬ ਦੇ ਮੱਧਮ ਚਾਨਣ 'ਚ ਸੰਤਰੀ ਦਾ ਕੱਦ ਬੁੱਤ ਹੋਰ ਵੀ ਉਪਰਾ ਲੱਗਣ ਲੱਗ ਪਿਆ। ਉਹਨੇ ਹੱਥ 'ਚ ਫੜੀ ਕਿਰਪਾਨ ਦੀ ਮੁੱਠ ਜ਼ੋਰ ਨਾਲ ਘੁੱਟ ਲਈ। ਹਾਂ, ਕਿਰਪਾਨ ਇੱਥੇ ਰੱਖ ਕੇ ਅੰਦਰ ਜਾਂਦਾ ਰਹੇ। ਮੁੰਸ਼ੀ ਹੈਗਾ? ਵੱਡਾ ਸਰਦਾਰ ਤਾਂ ਉੱਤੇ ਚੁਬਾਰੇ 'ਚ ਆਰਾਮ ਕਰਦਾ। ਜੋ ਦੱਸਣਾ ਮੁੰਸ਼ੀ ਨੂੰ ਦੱਸ ਦੇ। ਜਦੋਂ ਬਸੰਤਾ ਬਾਹਰਲੀ ਥੜੀ ਨਾਲ ਕਿਰਪਾਨ ਖੜੀ ਕਰਕੇ ਅੰਦਰ ਲੱਗਣ ਲੱਗਿਆ, ਸੰਤਰੀ ਨੇ ਆਵਾਜ਼ ਮਾਰ ਕੇ ਰੋਕ ਲਿਆ। ਤੂੰ ਵੇਖਣ 'ਚ ਤਾਂ ਬੰਦਾ ਸੂਤ ਲੱਗਦਾ ਹੈ, ਕਿਤੇ ਕੋਈ ਹੇਰਾ ਫੇਰੀ ਤਾਂ ਨਹੀਂ ਜਿਹੜਾ ਇਸ ਵੇਲੇ ਆਇਆ? ਕੱਲਾ ਸੋਚ ਲੈ, ਮਗਰੋਂ ਅਸੀਂ ਅੰਦਰੋਂ ਨਹੀਂ ਨਿਕਲਣ ਦੇਣਾ। ਬਸੰਤਾ ਚੁੱਪ ਕੀਤਾ, ਉਹਦੇ ਨੇੜੇ ਆ ਗਿਆ। ਬਾਹਾਂ ਖੜੀਆਂ ਕਰ, ਸੰਤਰੀ ਨੇ ਕਿਹਾ ਤੇ ਉਹਨੇ ਸੱਜੇ ਹੱਥ ਨਾਲ ਉਹਦੀਆਂ ਕੱਛਾਂ ਤੋਂ ਲੱਕ ਤਾਈਂ ਬਾਰੋ ਬਾਰੀ ਹੱਥ ਫੇਰਿਆ। ਪਿੱਠ ਤੇ ਢਿੱਡ ਤੇ ਵੀ, ਅਖੀਰ ਜੁੱਤੀ ਵੀ ਲਵਾ ਕੇ ਦੇਖ ਲਈ। ਜਾ। ਬਸੰਤੇ ਨੂੰ ਸੰਤਰੀ ਦਾ ਇਹ ਤਮਾਸ਼ਾ ਜਿਹਾ ਹੋਰ ਵੀ ਬੁਰਾ ਲੱਗਿਆ, ਪਰ ਬੋਲਿਆ ਨਹੀਂ। ਉਹਦੇ ਜਾ ਕਹਿਣ ਤੇ ਉਹਦੀ ਕੁਰਖਤ ਆਵਾਜ਼ ਕਰਕੇ ਉਸ ਵੱਲ ਘੂਰ ਕੇ ਜ਼ਰੂਰ ਝਾਕਿਆ। ਅੰਦਰ ਵੜਦੇ ਹੀ ਉਹਨੂੰ ਲੱਗਿਆ ਜਿਵੇਂ ਕਿਸੇ ਨੇਰੀ ਸੁਰੰਗ 'ਚ ਆ ਵੜਿਆ ਹੋਵੇ। ਅੰਦਰੋਂ ਗਰੀ ਹੋਈ ਮਿੱਟੀ ਦਾ ਸਿੱਲਾ ਜਿਹਾ ਮੁਸ਼ਕ ਆਇਆ। ਦੋਏ ਪਾਸੇ ਬਣੀਆਂ ਮੋਟੇ ਸਰੀਆਂ ਦੇ ਬੂਹੇ ਵਾਲੀਆਂ ਕੋਠੜੀਆਂ ਬਚਪਨ 'ਚ ਸੁਣੀਆਂ ਨਰਕ ਦੀਆਂ ਕਹਾਣੀਆਂ ਵਿਚਲੀਆਂ ਖੰਦਰਾਂ ਵਰਗੀਆਂ ਦਿਸੀਆਂ। ਵਿਹੜੇ 'ਚ ਪਹੁੰਚਿਆ ਤਾਂ ਪੁਰਾਣੇ ਵਰਾਂਡੇ ਮੁਰਲੇ ਉੱਚੇ ਥੜੇ ਉੱਤੇ ਇੱਕ ਬੰਦਾ ਵੱਡੇ ਸਾਰੇ ਮੰਜੇ ਤੇ ਪਸਰਿਆ ਪਿਆ ਸੀ। ਬਸੰਤੇ ਦੀ ਪੈੜ ਚਾਲ ਸੁਣਦਿਆਂ ਹੀ ਉਹ ਹਿੱਲਿਆ। ਫਿਰ ਮੋਟੀ ਧੌਣ ਭੁਆ ਕੇ ਉਹਦੇ ਵੱਲ ਝਾਕਦਿਆਂ ਬੋਲਿਆ, ਕੌਣ ਹੈ ਬਈ? ਕਿਵੇਂ ਆਇਆ ਐਡੇ ਕੁ ਵੇਲੇ? ਮੇਰਾ ਨਾਂ ਬਸੰਤ ਹੈ ਜਨਾਬ। ਇਸ ਵੇਲੇ ਕੀ ਡਾਕਾ ਪੈ ਗਿਆ ਤੁਹਾਡੇ? ਤੜਕੇ ਨਹੀਂ ਸੀ ਮਰਿਆ ਜਾਂਦਾ, ਤੁਰ ਪੈਨੇ ਮੂੰਹ ਚੱਕ ਕੇ ਜਦੋਂ ਜਾਗ ਆ ਜੇ। ਇਸ ਗੱਲ ਦੀ ਤਾਂ ਤਸੱਲੀ ਸੀ ਕਿ ਮਾਨਕੂਆਂ ਜਾਂ ਕਿਸ਼ਨ ਚੰਦਾਂ ਦੇ ਪਿੰਡੋਂ ਅਜੇ ਤੱਕ ਇਸ ਥਾਣੇ ਤੇ ਕੋਈ ਪਰਚਾ ਕਟਾਉਣ ਨਹੀਂ ਸੀ ਆਇਆ। ਮੈਂ ਤਾਂ ਜਨਾਬ, ਬਸੰਤਾ ਕੁਝ ਕਹਿਣ ਲੱਗਿਆ, ਫਿਰ ਝਿਜਕ ਗਿਆ। ਹਾਂ, ਬਾਕੀ ਬਕਣਾ, ਛੇਤੀ ਬੋਲ। ਬਸੰਤੇ ਨੇ ਤਿੱਖੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ। ਬਹੁਤ ਭੱਦੀ ਸ਼ਕਲ ਵਾਲਾ ਬੰਦਾ ਸੀ, ਠੰਡ ਖਾਸੀ ਸੀ, ਪਰ ਉਹ ਤੇੜ ਧੋਥਾ ਬੰਨੀ ਤੇ ਖਾਕੀ ਕਮੀਜ਼ ਪਾਈ ਲੇਟਿਆ ਆਪਣੇ ਬਰੜ ਢਿੱਡ ਤੇ ਹੱਥ ਫੇਰੀ ਜਾਂਦਾ ਸੀ। ਸੰਘਣੀ ਸ਼ਾਹ, ਕਾਲੀ ਦਾੜੀ ਜਿਵੇਂ ਕੈਂਚ ਨਾਲ ਉੱਤੋਂ ਬਰਸੀਮ ਵਾਂਗ ਵੱਡੀ ਹੋਵੇ। ਨੱਕ ਬਹੁਤ ਮੋਟਾ ਤੇ ਲੰਮਾ ਸਾਰਾ ਸੀ ਤੇ ਮੂਹਰੇ ਸੁੱਜਿਆ ਜਿਹਾ। ਉਹ ਫੁੱਟ ਵੀ ਕੁਛ। ਮੇਰੇ ਮੂੰਹੋਂ ਕੁਝ ਹੋਰ ਸ਼ਲੋਕ ਸੁਣੇਗਾ? ਆ ਜਾਂਦੇ ਬੂਥਾ ਚੱਕ ਕੇ, ਜਿਵੇਂ ਧਰਮਸ਼ਾਲਾ 'ਚ ਤਾਸ਼ ਖੇਡਣ ਜਾਣਾ ਹੁੰਦਾ। ਨਾ ਅਕਲ ਨਾ ਮੌਤ, ਕੁੱਤੀ ਜਾਤ ਨੂੰ। ਮੁੰਸ਼ੀ ਦੀ ਅਜਿਹੀ ਬੋਲਬਾਣੀ ਸੁਣ ਕੇ ਬਸੰਤੇ ਦੀ ਚਿੱਤ 'ਚ ਪਤਾ ਨਹੀਂ ਕੀ ਆਈ। ਸੁੱਤੇ ਸੁਭਾਈ ਕਹਿਤਾ, ਜੀ ਸਾਡਾ ਬਲਦ ਖੋਲ ਕੇ ਲੈ ਗਏ। ਕੌਣ ਖੋਲ ਕੇ ਲੈ ਗਏ? ਮੱਝੇ ਵਾਲੇ? ਐਂ ਜੀ ਸਾਨੂੰ ਕੋਈ ਪਤਾ, ਜੇ ਪਤਾ ਹੁੰਦਾ ਤਾਂ। ਕਦੋਂ ਦੀ ਗੱਲ ਹੈ? ਅੱਜ ਆਥਣੇ। ਤੇ ਤੁਸੀਂ ਉਦੋਂ ਬਸਰੇ ਦੀ ਲਾਮ ਤੇ ਗਏ ਸੀ ਸਾਰਾ ਟੱਬਰ? ਬਲਦ ਖੇਤ ਸੀ, ਅਸੀਂ ਜਨਾਬ ਘਰੇ ਸੀ। ਖੇਤ ਬਲਦ ਖੱਸੀ ਕਰਾਉਣ ਨੂੰ ਛੱਡ ਕੇ ਆਏ ਸੀ, ਗਾਈਆਂ ਨਵੀਆਂ ਕਰਾਉਣੀਆਂ ਸੀ। ਜੇ ਉੱਥੇ ਸਾਡਾ ਕੋਠਾ ਪਾਇਆ ਹੋਇਆ ਜਨਾਬ, ਪਸ਼ੂ ਉੱਥੇ ਹੀ ਹੁੰਦੇ ਆ। ਤੇ ਇੱਥੇ ਫਿਰ ਥਣ ਫੜਨ ਆਇਆ। 4 ਬੰਦਿਆਂ ਨੂੰ ਨਾਲ ਲੈ ਕੇ ਪੈੜ ਕੱਢ ਕੇ ਬਲਦ ਭਾਲ ਲਓ। 2 ਘੰਟੇ ਅਜੇ ਦਿਨ ਛਿਪੇ ਨੂੰ ਨਹੀਂ ਹੋਏ। ਜਿੰਨੇ ਚਿਰ 'ਚ ਇੱਥੇ ਆਇਆ, ਬਲਦ ਮਗਰ ਨਾਲ 4 ਬੰਦੇ ਲਾਏ ਗਏ। ਉਹ ਸਾਲਾ ਹੈਲੀਕਾਪਟਰ ਸੀ, ਵੀ ਕੋਈ ਉਡਾ ਕੇ ਲੈ ਗਿਆ। ਲੱਗੇ ਤਾਂ ਤੋਰ ਕੇ ਹੀ ਹੋਣਗੇ, ਤੁਹਾਡੇ ਕੁਛ ਲੱਗਦੇ ਜਨਾਬ। ਉੱਧਰ ਮੇਰਾ ਵੱਡਾ ਭਰਾ ਤੇ ਹੋਰ 4 ਬੰਦੇ ਗਏ ਵੇ ਆ ਤੇ ਮੈਨੂੰ ਇੱਧਰ ਘਲਤਾ। ਉਹਨਾਂ ਨਾਲ ਜਾਂਦੇ ਦੇ ਤੇਰੇ ਪੈਰ ਮੈਲੇ ਹੁੰਦੇ ਹੋਣਗੇ। ਇੱਧਰ ਆ ਗਿਆ ਮੂੰਹ ਚੱਕ ਕੇ। ਇੱਥੇ ਅਸੀਂ ਤੁਹਾਡੀ ਖਾਤਰ ਸਬਾਤ 'ਚ ਨਾਰਾ ਬੰਨੀ ਬੈਠੇ ਹੋਵਾਂਗੇ ਵੀ ਤੈਨੂੰ ਰੱਸਾ ਖੋਲ ਕੇ ਫੜਾਉਣ ਦੀ ਦੇਰ ਆ। ਐਵੇਂ ਹੋਣੀ ਆ ਤੇਰੇ ਚਿੱਤ 'ਚ ਤਾਂ ਹੈ।
ਮੂੰਹ ਮੋੜਦਿਆਂ ਮੁੰਸ਼ੀ ਨੇ ਪਛਾਣ ਧੌਣ ਪੁਆ ਕੇ ਬਰਾਂਡੇ ਦੇ ਉਰਲੇ ਵਾਧਰੇ ਉੱਤੇ ਦੀ ਥੁੱਕਦਾ, ਫਿਰ ਭੁੱਥਾ ਸੂਤ ਕਰਕੇ ਲੱਤਾਂ ਤੇ ਵਿਚਾਲੇ ਤੁੰਨਦਿਆਂ ਬੋਲਿਆ, ਜਾ ਭਾਜਾ। ਕਿੱਥੋਂ ਅੱਧੀ ਰਾਤ ਨੂੰ ਜਾਨ ਖਾਣਾ ਆਇਆ, ਜਿਵੇਂ ਡਾਕਾ ਪਿਆ ਹੁੰਦਾ। ਕੱਲ ਨੂੰ ਤੇਰੇ ਵਰਗਾ ਕੋਈ ਆ ਕੇ ਕਹਿ ਦੂ ਬਈ ਮੇਰੇ ਨਾਲ ਕੋਈ ਮੇਰੀ ਤੀਵੀਂ ਉਠਾ ਕੇ ਲੈ ਗਿਆ ਰਾਤ ਨੂੰ, ਫਿਰ ਅਸੀਂ ਉਹਦੀਆਂ ਪੈੜਾਂ ਨੱਪਦੇ ਫਿਰਾਂਗੇ। ਸਾਨੂੰ ਹੋਰ ਤਾਂ ਕੋਈ ਕੰਮ ਹੀ ਨਹੀਂ, ਬਸ ਤੁਹਾਡੇ ਮੌਲੇ ਭਾਲਣ ਜੋਗੇ ਹੀ ਰਹਿ ਗਏ ਅਸੀਂ ਤਾਂ। ਅਮਨ ਕਾਨੂੰਨ ਦੀ ਹਿਫਾਜ਼ਤ ਤੂੰ ਕਰੇਂਗਾ ਕਿ ਤੇਰਾ ਪਿਓ ਕਰੂ? ਸਾਡੀ ਤਾਂ ਮੂੰਹ ਸਿੱਧਾ ਅਸਮਾਨ ਵੱਲ ਕਰੀ ਉਹ ਪਤਾ ਨਹੀਂ ਕਿਹੋ ਜਿਹੇ ਕਿੰਨੇ ਮੰਦੇ ਸ਼ਬਦ ਬੋਲੀ ਗਿਆ। ਬਸੰਤੇ ਨੇ ਉਹਦੇ ਵੱਲ ਗੱਲ ਵੱਲ ਧਿਆਨ ਹਟਾ ਕੇ ਕਿਲੇ ਵਰਗੀਆਂ ਛੱਪੜ ਵਾਲੇ ਮਧਰੇ ਬੋੜਕ ਜਿੰਨੀਆਂ ਉੱਚੀਆਂ ਕੰਧਾਂ ਤੇ ਬੁਰਜਾਂ ਵੱਲ ਦੇਖਿਆ। ਉਹਨੂੰ ਉਹ ਬਿਲਕੁਲ ਉੱਪਰੇ ਨਹੀਂ ਲੱਗੇ। ਚੜ੍ਹਦੇ ਵੱਲ ਦੇ ਬੁਰਜ ਨੂੰ ਜਾਂਚਦਿਆਂ ਸੋਚਿਆ, ਜੇ ਉੱਤੋਂ ਛਾਲ ਮਾਰਨੀ ਹੋਵੇ ਤਾਂ ਕਿੱਥੋਂ ਦੀ ਸੂਤ ਹੈ, ਤੇ ਉਹ ਸੋਚਦਿਆਂ ਹੀ ਉਹਦੇ ਹੋਠਾਂ ਤੇ ਮੁਸਕਰਾਹਟ ਆ ਗਈ। ਫਿਰ ਮੈਂ ਜਾਵਾਂ ਜਨਾਬ? ਨਹੀਂ, ਤੈਨੂੰ ਪਲੰਗ ਵਿਛਾ ਕੇ ਦਿੰਨੇ ਆ ਇੱਥੇ, ਆਰਾਮ ਕਰ, ਫਿਰ ਫੁਲਕਾ ਬਣਾਉਣੇ ਆ, ਛੱਕ ਕੇ ਜਾਈਂ। ਇਹ ਵਾਕ ਮੁੰਸ਼ੀ ਨੇ ਇੰਨੀ ਨਫ਼ਰਤ ਤੇ ਵਿਅੰਗ ਨਾਲ ਬੋਲੇ ਕਿ ਬਸੰਤੇ ਤੋਂ ਖੜੋਤਾ ਨਹੀਂ ਗਿਆ। ਬਾਹਰ ਆ ਕੇ ਕਿਰਪਾਨ ਚੁੱਕਦਿਆਂ ਤੁਰਨ ਲੱਗਿਆ ਤਾਂ ਸੰਤਰੀ ਨੇ ਫੇਰ ਰੋਕ ਕੇ ਪੁੱਛਿਆ, ਕੀ ਗੱਲ ਸੀ ਬਈ? ਕੁਛ ਨਹੀਂ ਜਨਾਬ, ਹੋਰ ਅੱਧੀ ਰਾਤ ਨੂੰ ਇੱਥੇ ਮਿੱਟੀ ਕੱਢਣ ਆਇਆ ਸੀ। ਬਸੰਤਾ ਚੁੱਪ ਕਰਕੇ ਤੁਰ ਪਿਆ, ਪਰ ਸੰਤਰੀ ਚੁੱਪ ਨਹੀਂ ਰਹਿ ਸਕਿਆ। ਤੇਰਾ ਪਿੰਡ ਕਿਹੜਾ? ਮਹਿਤਾ। ਮਹਿਤਾ? ਉਹ ਸਾਡੇ ਥਾਣੇ 'ਚ ਕਦੋਂ ਦਾ ਆ ਗਿਆ ਬਈ? ਸੰਤਰੀ ਨੇ ਹੈਰਾਨੀ ਨਾਲ ਕਿਹਾ। ਸਾਈਕਲ ਤੇ ਕਿਰਪਾਨ ਲੈ ਕੇ ਜਦੋਂ ਇੱਕਦਮ ਬਸੰਤਾ ਰਾਹ ਪਿਆ ਤਾਂ ਹਨੇਰੇ 'ਚ ਗੁੰਮਦੇ ਦੀ ਕਾਲੀ ਕਾਲੀ ਦਿਸਦੀ ਪੱਗ ਤੇ ਘਸਮੈਲੇ ਕੱਪੜਿਆਂ ਵੱਲ ਤਾੜਦਿਆਂ ਸੰਤਰੀ ਆਪ ਮੁਹਾਰਾ ਹੀ ਬੋਲਿਆ, ਇਹ ਤਾਂ ਬੰਦਾ ਹੀ ਮਸ਼ਕੂਕ ਲੱਗਦਾ, ਡਕੈਤ ਜਿਹਾ। ਮੁੰਸ਼ੀ ਤੋਂ ਫੜ ਕੇ ਬਹਾਇਆ ਨਾ ਗਿਆ ਤੜਕੇ ਤਾਈਂ। ਇਹ ਵੀ ਸਾਲਾ ਢਿੱਡਲ, ਐਵੇਂ ਤਾਂ ਘੰਟਾ ਮਗਜਾਲੀ ਮਾਰੀ ਜਾਊ ਅਗਲੇ ਨਾਲ, ਪਰ ਬੰਦੇ ਕ ਬੰਦੇ ਦੀ ਭੋਰਾ ਪਰਖ ਨਹੀਂ। ਪਤਾ ਨਹੀਂ ਮੁੰਸ਼ੀ ਬਣਾ ਕਿਹੜੇ ਭੜੂਏ ਨੇ ਦਿੱਤਾ ਇਹਨੂੰ, ਤੇ ਉਹ ਕਿੰਨਾ ਚਿਰ ਬੁੜਬੁੜ ਕਰੀ ਗਿਆ। ਅੱਧੀ ਰਾਤ ਤੋਂ ਕੁਝ ਚਿਰ ਮਗਰੋਂ, ਪਰ ਹਲਾਂ ਵੇਲੇ ਤੋਂ ਪਹਿਲਾਂ ਬਸੰਤਾ ਖੇਤ ਆ ਗਿਆ। ਪਰਸਾ ਉਦੋਂ ਘਰੇ ਸੀ। ਉੱਥੋਂ ਸਿੱਧਾ ਘਰ ਪਹੁੰਚ ਕੇ ਬਾਰ ਖੜਕਾਉਣ ਦੀ ਥਾਂ ਕੰਧ ਉੱਤੋਂ ਦੀ ਲੰਮਕ ਕੇ ਵਿਹੜੇ 'ਚ ਉਤਰ ਗਿਆ। ਉਹਨੂੰ ਉਤਰਦੇ ਨੂੰ ਦੇਖ ਕੇ ਮੀਣੇ ਨੇ ਬੜਕ ਮਾਰੀ। ਪਰਸਾ ਉਬੜਵਾ ਪਾਸਾ ਵੱਟ ਕੇ ਬੋਲਿਆ, ਉਹ ਤੈਨੂੰ ਕੀ ਹੋ ਗਿਆ? ਐਡੀ ਰਾਤ ਜਿਉਣ ਜੋ ਗਿਆ? ਇਹ ਮੈਨੂੰ ਫਤਿਹ ਬੁਲਾਉਂਦਾ ਹੈ ਬਾਪੂ। ਬਸੰਤੇ ਦੀ ਆਵਾਜ਼ ਪਛਾਣ ਕੇ ਪਰਸਾ ਉੱਠ ਕੇ ਬਹਿ ਗਿਆ। ਤੂੰ ਇਸ ਵੇਲੇ ਕਿੱਧਰੋਂ ਬਈ? ਦੱਸਦਾ, ਕਹਿੰਦੇ ਬਸੰਤੇ ਨੇ ਪਹਿਲਾਂ ਬਾਰ ਖੋਲ ਕੇ ਸਾਈਕਲ ਅੰਦਰ ਕੀਤਾ, ਫਿਰ ਮੀਣੇ ਦਾ ਸਿਰ ਪਲੋਸ ਕੇ ਬਾਪੂ ਦੇ ਮੰਜੇ ਤੇ ਪੈਂਦੀ ਆ ਬੈਠਾ। ਪਰ ਬਸੰਤੇ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਪਰਸੇ ਨੇ ਧੀਮੀ ਆਵਾਜ਼ 'ਚ ਪੁੱਛਿਆ, ਵਾਣਾ ਦੇ ਕਰਚਿਆਂ ਨਾਲ ਲੱਤਾਂ ਹੀ ਚਲਾਉਂਦਾ ਫਿਰਿਆ ਕਿ ਕੁਝ ਕਰ ਕਰਾ ਕੇ ਵੀ ਆਇਆ? ਹੋਰ ਤਾਂ ਕੀ ਕਰਨਾ ਸੀ? ਜਿਹੜੀ ਬਾਂਹ ਨਾਲ ਉਹਨੇ ਸਾਰੀ ਉਮਰ ਘਰਦਿਆਂ ਤੇ ਹੁਕਮ ਚਲਾਉਣਾ ਸੀ, ਉਹ ਤਾਂ ਜਮਾਂ ਜੜੋਂ ਲਾਤੀ। ਬਸੰਤਾ ਸਥਿਰ ਪਰ ਧੀਮੀ ਆਵਾਜ਼ 'ਚ ਬੋਲਿਆ, ਹੋਰ ਤਾਂ ਫਿਰ ਮੈਨੂੰ ਤਰਸ ਆ ਗਿਆ, ਨਾਲੇ ਉਹੀ ਤੀਵੀਆਂ ਵਾਂਗੂ ਬੂਕਣ ਲੱਗ ਪਿਆ। ਫਿਰ ਇਹ ਵੀ ਸੋਚਿਆ ਵੀ ਇਹਦੇ ਵਿਚਾਰੇ ਦਾ ਕੀ ਕਸੂਰ ਹੈ? ਜਿਹਦਾ ਕਸੂਰ ਸੀ ਉਹਦਾ ਵੀ ਮੋੜਾ ਮੜ ਦੇਣਾ ਸੀ ਜਦੋਂ ਗਿਆ ਹੀ ਸੀ। ਬਸੰਤਾ ਚੁੱਪ ਕਰ ਗਿਆ। ਉਹਨੂੰ ਸ਼ਾਇਦ ਪਛਤਾਵਾ ਜਿਹਾ ਹੋਇਆ ਵੀ ਉਹਨੇ ਸ਼ਾਇਦ ਗਲਤ ਥਾਂ ਵਾਰ ਕੀਤਾ ਸੀ, ਪਰ ਉਸੇ ਵੇਲੇ ਸੰਭਲਦਿਆਂ ਕੱਕੀ ਦਾੜੀ ਤੇ ਹੱਥ ਫੇਰਦਿਆਂ ਜਿਵੇਂ ਉਬੜਵਾਏ ਬੋਲਿਆ, ਹੈ ਬਾਪੂ, ਐਸੇ ਪਾਪੀ ਬੰਦੇ ਦੇ ਲਹੂ ਨਾਲ ਹਥਿਆਰ ਪਲੀਤ ਨਹੀਂ ਹੋ ਜਾਂਦਾ? ਪਰਸੇ ਦੀਆਂ ਅੱਖਾਂ ਹਨੇਰੇ 'ਚ ਵੀ ਬਾਜ ਵਾਂਗ ਲਿਸ਼ਕੀਆਂ। ਉਹਨੇ ਖੰਗੂਰਾ ਮਾਰ ਕੇ ਸੰਗ ਸਾਫ਼ ਕਰਦਿਆਂ ਕਿਹਾ, ਮੈਂ ਭਲਾ ਕਿਹਦੀ ਗੱਲ ਕੀਤੀ ਆ? ਉਹ ਪਾਪੀ ਜੈ ਰਾਮ ਦੀ, ਹੋਰ ਕਿਹਦੀ? ਬਸੰਤਾ ਅਚਾਨਕ ਉੱਠ ਕੇ ਖੜਾ ਹੁੰਦਾ ਬੋਲਿਆ, ਫਿਰ ਤੱਕ ਝੱਕਦਾ ਕਹਿਣ ਲੱਗਾ, ਮੈਂ ਤਾਂ ਦੱਸਣ ਆਇਆ ਸੀ ਵੀ ਸੰਗਰੂਰ ਕਚਹਿਰੀ 'ਚ ਪੇਸ਼ ਹੋਣ ਚੱਲਿਆ, ਮਗਰੋਂ ਜੇ ਥਾਣੇ ਵਾਲੇ ਆਉਣ ਤਾਂ ਦੱਸ ਦੇ। ਪਰ ਉੱਥੇ ਹੀ ਖੜੋਤਿਆਂ ਉਹਨੂੰ ਜਿਵੇਂ ਕੁਝ ਯਾਦ ਆ ਗਿਆ। ਪਰਸੇ ਦੇ ਹੋਰ ਨੇੜੇ ਹੋ ਕੇ ਕਿਹਾ, ਕੋਈ ਰੋਟੀ ਰਾਟੀ ਨਹੀਂ ਪਈ ਬਾਪੂ? ਹੋਣਗੀਆਂ ਸ਼ਾਇਦ ਇੱਕ ਦੋ ਤਾਂ। ਪਰਸਾ ਜੁੱਤੀ ਪਾ ਕੇ ਉੱਠਿਆ, ਲਾਲਟਨ ਜਗਾਈ, ਝਲਾੜੀ 'ਚ ਪਏ ਡੱਬੇ 'ਚ ਹੱਥ ਮਾਰਿਆ। 3 ਕੁ ਰੋਟੀਆਂ ਪਈਆਂ ਸੀ। ਜੇ ਭੁੱਖ ਬਾਹਲੀ ਲੱਗੀ ਹੈ ਤਾਂ ਹੋਰ 2 ਲਾ ਦੇਣ ਲਿਆ, ਨਾ ਮੁੱਕਦੀਆਂ ਨਹੀਂ। ਬਸੰਤੇ ਨੇ ਰੋਟੀਆਂ ਹੱਥ ਤੇ ਧਰ ਲੀਆਂ ਤੇ ਗੁੜ ਦੇ ਡਲੇ ਨਾਲ ਵੱਡੇ ਵੱਡੇ ਬੁਰਕ ਮਾਰ ਕੇ ਖੜਾ ਹੀ ਖਾ ਕੇ ਤੁਰਨ ਲੱਗਿਆ। ਬੋਲਿਆ, ਸੱਚ ਕਚਹਿਰੀ ਕਿਹਦੇ ਪੇਸ਼ ਹੋਵਾਂ? ਤੂੰ ਜਾ ਹੀ ਥਾਣੇ, ਕਚਹਿਰੀ ਕਾਹਨੂੰ ਜਾਣਾ? ਥਾਣੇ ਤਾਂ ਗਿਆ ਸੀ, ਉਹ ਮੇਰੇ ਮੂੰਹੋਂ ਗਾਲ ਨਿਕਲ ਚੱਲੀ ਸੀ, ਮੁੰਸ਼ੀ ਪੁੱਠੀਆਂ ਮਾਰਨ ਲੱਗ ਪਿਆ, ਫਿਰ ਮੈਂ ਟਰਪੱਲ ਮਾਰ ਕੇ ਮੁੜ ਆਇਆ। ਅਸਲ ਗੱਲ ਦੱਸੀ ਨਹੀਂ, ਮੈਥੋਂ ਉਹਨਾਂ ਦੀ ਗੰਦੀ ਜ਼ੁਬਾਨ ਨਹੀਂ ਝੱਲੀ ਜਾਂਦੀ, ਬਾਲਾ ਪੁੱਠਾ ਬੋਲਦੇ ਆ। ਬੰਦਿਆਂ ਵਾਲੀ ਤਾਂ ਵਜ੍ਹਾ ਕਤਾਈ ਨਹੀਂ ਕਿਸੇ ਦੀ ਉੱਥੇ। ਤੇ ਤੂੰ ਫਿਰ ਸਿੱਧਾ DSP ਕੋਲ ਜਾਈਂ। ਇੱਕ ਭੁੱਲਰ ਹੈ ਲੰਮਾ ਜਿਹਾ, ਕਈ ਮਹੀਨੇ ਹੋਇਆ ਮੈਂ ਵੀ ਸੰਤੇ ਕੇ ਮੁੰਡੇ ਦੇ ਰੌਲੇ 'ਚ ਪੰਚਾਇਤ ਨਾਲ ਉਹਨੂੰ ਮਿਲਣ ਗਿਆ ਸੀ। ਖਰਾ ਬੰਦਾ ਹੈ, ਜੇ ਗੱਲ ਜੱਚ ਗਈ ਤਾਂ ਫੁੱਲ ਦੀ ਨਹੀਂ ਲੱਗਣ ਦਿੰਦਾ। ਫਿਰ ਕੁਝ ਸੋਚ ਕੇ ਬੋਲਿਆ, ਕਹੇ ਤਾਂ ਮੈਂ ਚੱਲਾਂ ਤੇਰੇ ਨਾਲ? ਕੌਣ ਨੂੰ? ਮੈਨੂੰ ਆਪੇ ਨਿਬੜਨ ਦੇ, ਤੂੰ ਕਿੱਥੇ ਨਾਲ ਤੁਰਿਆ ਫਿਰੇਂਗਾ ਸਾਰੀ ਉਮਰ। ਠੀਕ ਹੈ ਫਿਰ, ਚੰਗਾ, ਫਤਿਹ। ਬਸੰਤਾ ਬੂਹੇ ਵੱਲ ਮੁੜਨ ਦੀ ਥਾਂ ਮੀਣੇ ਵੱਲ ਗਿਆ।
ਉਹ ਮੂਰਲੀਆਂ ਲੱਤਾਂ ਉੱਤੇ ਬੂਥ ਰੱਖੀ ਆਰਾਮ ਨਾਲ ਪਿਆ ਸੀ। ਬਸੰਤੇ ਨੂੰ ਆਉਂਦਾ ਦੇਖ ਕੇ ਸਿਰ ਚੁੱਕਦਿਆਂ ਅੱਡੀ ਛੇਤੀ ਦੇਣੇ ਖੜਾ ਹੋਇਆ, ਜਿਵੇਂ ਤਬੂਕਾ ਮਾਰ ਕੇ ਉੱਠਿਆ ਹੋਵੇ। ਬਸੰਤੇ ਨੇ ਉਹਦੇ ਮੱਥੇ ਤੇ ਹੱਥ ਫੇਰਿਆ ਤਾਂ ਮੀਣੇ ਨੇ ਉਹ ਸਿਰ ਮਾਰਿਆ ਜਿਵੇਂ ਧੁੜ-ਧੁੜੀ ਲਈ ਹੋਵੇ। ਮੀਣੇ ਨੇ, ਉਧਰ ਹੀ ਨਾ ਓਏ, ਕੰਮ ਧੰਦੇ ਸਾਰੇ ਕਰਨੇ ਪੈਂਦੇ ਆ ਕਬੀਲਦਾਰੀ ਦੇ, ਸਮਝਿਆ? ਐ ਨਹੀਂ ਹੈ ਉਧਰ ਦਾ, ਜਿੰਨਾ ਚਿਰ ਮੈਂ ਕੋਲੇ ਆ ਉਧਰਨ ਦਿੰਦਾ ਇਹਨੂੰ। ਉਹ ਵੀ ਇਹ ਦਲੇਰ ਪੁੱਤ ਹੈ, ਚੜ੍ਹਦੀ ਕਲਾ 'ਚ ਰਹਿੰਦਾ। ਪਰ ਬਾਪੂ ਮੈਂ ਤਾਂ ਸ਼ਾਇਦ ਇਹਦੇ ਬਿਨਾਂ ਉਧਰ ਜਾ। ਇਹ ਕਹਿ ਕੇ ਉਹ ਹੱਸ ਹੀ ਪਿਆ। ਫਿਰ ਸਾਈਕਲ ਚੁੱਕਦਿਆਂ ਹੀ ਵਰੋਲੇ ਵਾਂਗ ਬਾਹਰ ਨਿਕਲ ਗਿਆ। ਵਿਹੜੇ 'ਚ ਖੜੋਤਿਆਂ ਪਰਸੇ ਨੂੰ ਤਾਰਿਆਂ ਵੱਲ ਦੇਖ ਕੇ ਬਿਜਲੀ ਦੀ ਲਿਸ਼ਕ ਵਾਂਗ ਇੱਕ ਓਪਰਾ ਖਿਆਲ ਆਇਆ। ਕਿਸੇ ਨੇ ਸੁਣ ਦੇਖ ਤਾਂ ਨਹੀਂ ਲਿਆ, ਪਰ ਉਸੇ ਵੇਲੇ ਆਪਣੀ ਮੂਰਖਤਾ ਤੇ ਕਮਜ਼ੋਰੀ ਤੇ ਹਾਸਾ ਆ ਗਿਆ। ਮੰਜੇ ਵੱਲ ਵਧਦਿਆਂ ਬੋਲਿਆ, ਤੂੰ ਕੈਸੀ ਕਮਦਿਲੀ ਦਿਖਾਉਣਾ? ਕਦੇ ਕਦੇ ਪਰਸਰਾਮਾ ਇਹ ਕਿਸੇ ਖੂੰਜੇ ਪਈ ਰਹਿ ਗਈ ਕਿਤੇ। ਉਸੇ ਵੇਲੇ ਅੰਦਰਲੇ ਨੇ ਜਾਣ ਵੀ ਲਿਆ ਵੀ ਅਜਿਹੀ ਕਮਜ਼ੋਰੀ ਦਾ ਕਾਰਨ ਬਸੰਤੇ ਦਾ ਮੋਹ ਸੀ ਤੇ ਉਹ ਤਿਆਗਿਆ ਨਹੀਂ ਸੀ ਗਿਆ। ਦਿਨ ਚੜ੍ਹਦੇ ਨਾਲ ਇੱਕ ਹੌਲਦਾਰ ਤੇ 4 ਸਿਪਾਹੀ ਖੇਤ ਆ ਗਏ। ਪਰਸਾ ਕੱਲ ਦਾ ਛੱਡਿਆ ਕਿਆਰਾ ਵਾਹੀ ਜਾਂਦਾ ਸੀ। ਉਹਨਾਂ ਦਾ ਮੋਟਰਸਾਈਕਲ ਤੇ ਸਾਈਕਲ ਦੇਖ ਕੇ ਬਲਦਾਂ ਨੂੰ ਖਾਲ ਵਾਲੀ ਟਾਹਲੀ ਕੋਲ ਖੜਾ ਕਰ ਲਿਆ। ਆਪ ਉਹਨਾਂ ਦੇ ਨੇੜੇ ਆ ਗਿਆ। ਉਹਦੇ ਕੁਝ ਬੋਲਣ ਤੋਂ ਪਹਿਲਾਂ ਹੀ ਹੌਲਦਾਰ ਨੇ ਪੁੱਛਿਆ, ਬਾਬਾ ਆਪਣਾ ਕਾਕਾ ਆਇਆ ਸੀ ਘਰੇ ਕੱਲ? ਉਹ ਤਾਂ ਭਾਈ ਸੰਗਰੂਰ ਉੱਠ ਗਿਆ, ਦੱਸੋ ਹੁਕਮ। ਹੌਲਦਾਰ ਬਿੰਦ ਉਹਦੇ ਮੂੰਹ ਵੱਲ ਜਿਵੇਂ ਸ਼ੱਕੀ ਨਜ਼ਰਾਂ ਨਾਲ ਵੇਂਦਾ ਰਿਹਾ। ਪਰਸਾ ਤਾੜ ਗਿਆ। ਮੁਸਕਰਾ ਕੇ ਦਾੜੀ ਤੇ ਹੱਥ ਫੇਰਦਿਆਂ ਬੋਲਿਆ, ਮੈਂ ਸਾਰੀ ਉਮਰ ਕਦੇ ਝੂਠ ਨਹੀਂ ਬੋਲਿਆ ਹੌਲਦਾਰਾ। ਜਿਹੜੇ ਕਿਸੇ ਮੀਰਾਬ ਲੰਬਰਦਾਰ ਤੋਂ ਖੇਤ ਪੁੱਛ ਕੇ ਇੱਥੇ ਪਹੁੰਚੇ ਹੋ, ਉਹ ਤੋਂ ਜਾ ਕੇ ਤਸੱਲੀ ਕਰ ਲਓ। ਜੇ ਫਿਰ ਵੀ ਸ਼ੱਕ ਹੋਵੇ ਤਾਂ ਜਿੱਥੇ ਤੁਹਾਡਾ ਜੀ ਕਰਦਾ ਹੈ ਪੜਤਾਲ ਕਰੋ। ਮੈਨੂੰ ਆਖੇ ਤਾਂ ਮੈਂ ਨਾਲ ਚੱਲਦਾ। ਬਾਕੀ ਮੁੰਡਾ ਸੰਗਰੂਰ ਵੀ ਕੋਈ ਵਿਆਹ ਦਾ ਸਮਾਨ ਨਹੀਂ ਖਰੀਦਣ ਗਿਆ, ਡੀਐਸਪੀ ਦੇ ਪੇਸ਼ ਹੋਣਗੇ। ਹਾਂ, ਥਾਣੇ ਵੀ ਉਹ ਗਿਆ ਸੀ। ਉੱਥੇ ਮੁੰਸ਼ੀ ਦੀ ਬੋਲਬਾਣੀ ਤੋਂ ਹੀ ਭੈੜਾ ਪੈ ਕੇ ਮੁੜ ਆਇਆ। ਹੌਲਦਾਰ ਸੁਨੱਖਾ ਗੋਰੇ ਰੰਗ ਦਾ ਬਣਦਾ ਤਣਦਾ ਨੌਜਵਾਨ ਸੀ, ਪੜ੍ਹਿਆ ਲਿਖਿਆ ਵੀ ਲੱਗਦਾ ਸੀ। ਸ਼ਾਇਦ ਇਸੇ ਕਰਕੇ ਕੁਛ ਨਹੀਂ ਬੋਲਿਆ। ਪਰਸੇ ਨੂੰ ਸਿਰ ਤੋਂ ਪੈਰਾਂ ਤੱਕ ਦੇਖਦਾ ਰਿਹਾ, ਪਰ ਤਿੰਨੇ ਸਿਪਾਹੀ ਵੱਢ ਖਾਣੀਆਂ ਸ਼ੱਕੀ ਨਜ਼ਰਾਂ ਨਾਲ ਪਰਸੇ ਨੂੰ ਤਾੜ ਰਹੇ ਸੀ। ਉਹਨੇ ਵੀ 2 ਵਾਰ ਸਿੱਧਾ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਦੇਖਿਆ ਤਾਂ ਉਹਨਾਂ ਵਿੱਚੋਂ 2 ਨੇ ਸਿਰ ਦੂਜੇ ਪਾਸੇ ਭੁਆ ਲਏ, ਪਰ ਤੀਜਾ ਰਫਲ ਵਾਲਾ ਉਕੜੂ ਜਿਹਾ ਹੋਇਆ ਉਵੇਂ ਹੀ ਖੜੋਤਾ ਸੀ। ਚੰਗਾ, ਅਸੀਂ ਪੜਤਾਲ ਕਰਦੇ ਹਾਂ। ਜੇ ਆਥਣ ਤਾਈਂ ਉਹ ਪੇਸ਼ ਨਾ ਹੋਇਆ ਤਾਂ ਅਸੀਂ ਫੇਰ ਆਵਾਂਗੇ। ਜੀ ਸਦਕੇ ਆਓ ਭਾਈ, ਪਰ ਮੈਂ ਉਹ ਗੱਲ ਦੱਸੀ ਹੈ ਜੋ ਸੱਚ ਹੈ। ਜੇ ਉਹਨਾਂ ਪੰਡਤਾਂ ਨੇ ਥੋੜੀ ਝੂਠੀ ਸੱਚੀ ਕੋਈ ਰਿਪੋਰਟ ਲਿਖਾਈ ਹੈ ਤਾਂ ਇੰਨੀ ਗੱਲ ਤਾਂ ਜ਼ਰੂਰ ਧਿਆਨ ਰੱਖਿਓ ਵੀ ਉਹਨਾਂ ਨਾਲ ਸਾਡੀ ਕੋਈ ਅਦਾਵਤ ਨਾ ਸੀ ਨਾ ਹੈ। ਰੌਲਾ ਸਾਡੇ ਹੱਕ ਦਾ ਸੀ ਤੇ ਮੁੰਡੇ ਨੂੰ ਜਿਵੇਂ ਸੂਤ ਲੱਗਿਆ ਨਿਬੜ ਲਿਆ। ਇਹ ਉਹਦੀ ਮਰਜ਼ੀ, ਪਰ ਨਾਨੀ ਦੇ ਖਸਮ ਕਰਨ ਦੀ ਚੱਟੀ ਦੋਤੇ ਨੂੰ ਕਿਉਂ ਭਰਨੀ ਪਵੇ? ਬਜ਼ੁਰਗੋ, ਹੌਲਦਾਰ ਨੇ ਵਿਅੰਗ ਨਾਲ ਮੁਸਕਰਾਉਂਦਿਆਂ ਕਿਹਾ, ਪਰ ਨਾਲ ਹੀ ਨਾਲ ਉਹਦੀਆਂ ਅੱਖਾਂ ਦੇ ਤੌਰ ਬਦਲ ਗਏ। ਤੂੰ ਨਾਨੀ ਦੇ ਦੋਤੇ ਦੀ ਗੱਲ ਕਰਦਾ ਹੈ? ਇੱਥੇ 7 ਪੁਸ਼ਤਾਂ ਦੀ ਚੱਟੀ ਪੜੋਤੇ ਨੱਤੇ ਭਰੀ ਜਾਂਦੇ ਆ ਕਾਕਾ। ਅਸੀਂ ਵੀ ਤਾਂ ਪਿਓ ਦਾਦੇ ਦੇ ਸੁਭਾਅ ਦੇ ਖਾਨਦਾਨੀ ਦੇ ਚੱਕਰ ਵੀ ਉੱਚੀ ਫਸੇ ਫਿਰਦੇ ਆ ਭਾਈ। ਜਿਹੜੇ ਇਸ ਸੰਸਾਰ 'ਚ ਪਿਆ ਉਹ ਮਰਨ ਤੋਂ ਪਹਿਲਾਂ ਨਹੀਂ ਸੀ ਇਸ ਜੰਜਾਲ 'ਚੋਂ ਨਿਕਲ ਸਕਦਾ। ਇਹੋ ਗੱਲਾਂ ਤਾਂ ਸਿਆਣੇ ਤੇ ਗ੍ਰੰਥ ਕੂਕ ਕੇ ਕਹਿੰਦੇ ਆ। ਮਰ ਗਈ, ਪਰ ਕਦੇ ਛੁੱਟਿਆ ਖਹਿੜਾ ਕਿਸੇ ਦਾ? ਇਹ ਤਾਂ 84 ਦਾ ਗੇੜਾ, ਕਿਤੇ ਨਹੀਂ ਮੁੱਕਦਾ। ਖੈਰ, ਤੁਹਾਡੇ ਐਸੇ ਗਿਆਨ ਦੀ ਤਾਂ ਸਾਨੂੰ ਕੋਈ ਸਮਝ ਨਹੀਂ, ਪਰ ਮੈਂ ਤਾਂ ਇਹੋ ਪੁੱਛ ਸਕਦਾ ਵੀ ਐਸਾ ਕੋਈ ਕਾਨੂੰਨ ਬਣਿਆ ਵੀ ਸਾਕ ਨੂੰ ਜਵਾਬ ਦੇਣ ਕੁੜੀ ਵਾਲੇ ਤੇ ਤੁਸੀਂ ਵੱਢਣ ਪੈ ਜਾਓ ਢੁੱਕਣ ਵਾਲਿਆਂ ਨੂੰ? ਕਾਨੂੰਨ? ਪਰਸੇ ਨੇ ਰਤਾ ਦ੍ਰਿੜ ਤੇ ਵਿਅੰਗਮਈ ਆਵਾਜ਼ 'ਚ ਕਿਹਾ। ਕਾਨੂੰਨ ਹੌਲਦਾਰ ਸਾਹਿਬ ਰੱਬ ਨੇ ਤਾਂ ਨਹੀਂ ਬਣਾਏ। ਇਹ ਵੀ ਤਾਂ ਕਿਸੇ ਕਾਨੂੰਨ 'ਚ ਲਿਖਿਆ ਵੀ ਜਦੋਂ ਕੋਈ ਮੁਜਰਮ ਵਾਰਦਾਤ ਕਰਕੇ ਭਾਜੇ ਤਾਂ ਉਹਦੇ ਘਰ ਦੀਆਂ ਧੀਆਂ ਭੈਣਾਂ ਨੂੰ ਵੀ ਨੰਗੀਆਂ ਕਰਕੇ ਕੁੱਟਣ ਲੱਗ ਪਓ। ਬੁੜਿਆਂ ਦੀਆਂ ਦਾੜੀਆਂ ਪੁੱਟ ਲਿਓ, ਸਾਰੇ ਟੱਬਰ ਨੂੰ ਬਗਲ ਕੇ ਹਵਾਲਾਤ 'ਚ ਦੇ ਦਿਓ ਤੇ ਇਹੋ ਕੁਝ ਹੋਈ ਜਾਂਦਾ। ਕਾਨੂੰਨ ਤਾਂ ਉਸੇ ਦਾ ਹੈ ਜਿਹਦੇ ਕੋਲੇ ਡਾਂਗ ਹੈ। ਹੌਲਦਾਰ ਦਾ ਮੂੰਹ ਪਿੰਜੂ ਵਾਂਗ ਲਾਲ ਹੋ ਗਿਆ। ਰਫਲ ਵਾਲਾ ਸਿਪਾਹੀ ਜਿਵੇਂ ਕੰਬਣ ਲੱਗ ਪਿਆ ਹੋਵੇ। ਉਹਦੇ ਬੁੱਲ ਵੀ ਫਰਕ ਦੇ ਲੱਗੇ, ਪਰ ਪਰਸਾ ਹੱਸ ਪਿਆ। ਬਸ ਕਾਕਾ, ਮੈਂ ਤੁਹਾਡੇ ਪਿਓਆਂ ਬਰਾਬਰ ਆ। ਤੁਸੀਂ ਗੱਲ ਛੇੜਨੀ ਹੈ ਤਾਂ ਮੈਥੋਂ ਜਵਾਬ ਦਿੱਤਾ ਗਿਆ। ਗੁੱਸੇ ਗਿਲੇ ਦੀ ਕੋਈ ਲੋੜ ਨਹੀਂ। ਜੋ ਗੱਲ ਸੀ ਤੁਹਾਨੂੰ ਦੱਸਤੀ। ਜੀ ਸਦਕੇ ਇੱਥੋਂ ਚਾਹੋ ਜਿਵੇਂ ਚਿੱਤ ਮੰਨੇ ਪੜਤਾਲ ਕਰੋ। ਜਿਹੜੀ ਕਾਰਵਾਈ ਠੀਕ ਲੱਗਦੀ ਹੈ ਕਰੋ। ਮੇਰੇ ਕਿਹਾ ਕਿਹੜਾ ਤੁਸੀਂ ਹਟ ਜਾਣਾ? ਹੌਲਦਾਰ ਦੁਬਿਧਾ 'ਚ ਪੈ ਗਿਆ। ਨਾ ਪਰਸੇ ਦੀ ਕਿਸੇ ਗੱਲ ਤੇ ਸ਼ੱਕ ਦੀ ਗੁੰਜਾਇਸ਼ ਲੱਗਦੀ ਸੀ, ਨਾ ਹੀ ਆਪਣੇ ਪੇਸ਼ੇ ਦੇ ਤਜਰਬੇ ਤੇ ਮਜਬੂਰੀ ਕਰਕੇ ਇਤਬਾਰ ਕਰ ਸਕਦਾ ਸੀ।
ਅਜਿਹੇ ਬੰਦੇ ਨਾਲ ਉਹਦਾ ਪਹਿਲੀ ਵਾਰ ਵਾਹ ਪਿਆ ਸੀ, ਜਿਹਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਭੌ ਨਹੀਂ ਸੀ ਤੇ ਆਪਣੇ ਪੁੱਤਰ ਦੀ ਬੇਵਜ੍ਹਾ ਕੀਤੀ ਕਾਤਲਾਨਾ ਵਾਰਦਾਤ ਦਾ ਵੀ ਕੋਈ ਪਛਤਾਵਾ ਨਹੀਂ ਸੀ। ਨਾ ਹੀ ਉਹਨੂੰ ਕਿਸੇ ਕਿਸਮ ਦੀ ਸਜ਼ਾ ਹੋਣ ਦਾ ਫਿਕਰ ਸੀ। ਅਜਿਹੇ ਆਦਮੀ ਨੂੰ ਪੁਲਿਸ ਦੇ ਕਿਹੜੇ ਢੰਗ ਤਰੀਕੇ ਸੂਤ ਕਰ ਸਕਦੇ ਆ, ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ। ਚੰਗਾ ਬਜ਼ੁਰਗੋ, ਅਸੀਂ ਸੰਗਰੂਰ ਪਤਾ ਕਰਕੇ ਆਵਾਂਗੇ। ਜੇ ਉੱਥੇ ਜੇ ਤਾਂ ਉਹਨੂੰ ਕਿਤੇ ਜਾਣ ਨਾ ਦਿਓ। ਵੱਡੀ ਫੇਰੀ, ਬਸ ਸਾਡੀ ਇੰਨੀ ਬੇਨਤੀ ਹੈ। ਉਹ ਭਾਈ ਆਪ ਹੀ ਨਹੀਂ ਜਾਂਦਾ। ਜਿਹੜੀ ਉਹਨੇ ਕੀਤੀ ਹੈ ਉਹਦੀ ਸਜ਼ਾ ਭੁਗਤਣ ਦਾ ਵੀ ਉਹਦਾ ਹੱਕ ਬਣਦਾ, ਭੁਗਤੂਗਾ ਵੀ ਇਸੇ ਕਰਕੇ। ਹੌਲਦਾਰ ਦੇ ਸਿਰ ਨਿਵਾ ਕੇ ਸਾਈਕਲ ਨੂੰ 3 ਕਿੱਕਾਂ ਮਾਰੀਆਂ ਤੇ ਇੱਕ ਸਿਪਾਹੀ ਨੂੰ ਮਗਰ ਬਿਠਾ ਕੇ ਰਾਹ ਵੱਲ ਮੋੜ ਲਿਆ ਤੇ ਬਾਕੀ 3 ਸਿਪਾਹੀ ਸਾਈਕਲਾਂ ਤੇ ਚੜ ਕੇ ਪਿਛਾਂਹ ਮੁੜ ਝਾਕਦੇ ਮਗਰ ਤੁਰ ਪਏ, ਜਿਵੇਂ ਉਹਨਾਂ ਦੀ ਕੋਈ ਪੇਸ਼ ਨਾ ਗਈ ਹੋਵੇ। ਡਾਕੀਆ ਇਕੱਠੀਆਂ 2 ਚਿੱਠੀਆਂ ਦੇ ਗਿਆ ਸੀ। ਵਿਹੜੇ 'ਚ ਮੰਜੇ ਉੱਤੇ ਬੈਠ ਕੇ ਜਦੋਂ ਖੱਟੇ ਰੰਗ ਦਾ ਲਿਫਾਫਾ ਖੋਲ੍ਹਿਆ ਤਾਂ ਮਾੜੇ ਮੋਟੇ ਅੱਖਰ ਉਸ ਵੇਲੇ ਪਛਾਣ ਲਏ। ਹੌਲੀ ਹੌਲੀ ਉਠਾਉਣ ਲੱਗ ਪਿਆ। ਲਿਖਿਆ ਸੀ, ਪੂਜਨੀਕ ਬਾਪੂ ਜੀ, ਪੈਰੀ ਪੈਣਾ ਪ੍ਰਵਾਨ ਕਰਨਾ ਜੀ। ਮੈਂ ਇੱਥੇ ਰਾਜੀ ਖੁਸ਼ੀ ਹਾਂ। ਆਪਦੀ ਰਾਜੀ ਖੁਸ਼ੀ ਭਗਵਾਨ ਪਾਸੋਂ ਨੇਕ ਚਾਹੁੰਦਾ। ਸਵਾਲ ਇਹ ਹੈ ਕਿ ਅਸੀਂ ਇੱਥੇ ਮਦਰਾਸ ਸ਼ਹਿਰ 'ਚ ਇੱਕ ਕੈਂਪ 'ਚ ਆਏ ਹੋਏ ਹਾਂ ਜੀ। 15-20 ਦਿਨ ਰਹਾਂਗੇ ਤੇ ਜੇ ਮੇਰੀ ਚੋਣ ਹੋ ਗਈ ਤਾਂ ਗਰਮੀਆਂ 'ਚ ਅਸੀਂ ਜਰਮਨੀ ਤੇ ਵਲੈਤ ਵੀ ਖੇਡਣ ਜਾਵਾਂਗੇ। ਉਮੀਦ ਹੈ ਮੇਰੀ ਚੋਣ ਹੋ ਜਾਊਗੀ। ਮੇਰੀ ਖੇਡ ਚੰਗੀ ਹੈ ਜੀ। ਬਾਪੂ ਜੀ, ਇੱਥੇ ਬਹੁਤ ਗਰਮੀ ਹੈ। ਉਹ ਵੀ ਇਲਾਕਾ ਚੰਗਾ ਨਹੀਂ। ਇੱਥੇ ਆ ਕੇ ਪਿੰਡ ਬਹੁਤ ਯਾਦ ਆਉਂਦਾ ਹੈ। ਐਤਕੀ ਛੁੱਟੀਆਂ 'ਚ ਜ਼ਰੂਰ ਪਿੰਡ ਆਊਂਗਾ ਜੀ। ਲਿਖਣਾ। ਬਸੰਤੇ ਦਾ ਕੀ ਹਾਲ ਹੈ? ਪੋਲੇ ਦੀ ਕੋਈ ਚਿੱਠੀ ਆਈ ਹੋਵੇ ਤਾਂ ਪਤਾ ਦੇਣਾ। ਤਾਇਆ ਗਜਾਉਣੀ ਜੀ। ਪੜ੍ਹਦੇ ਸੁਣਦੇ ਸਭ ਨੂੰ ਰਾਮ ਸਤ ਕਹਿਣਾ ਜੀ। ਆਪ ਜੀ ਦਾ ਸੁਪੁੱਤਰ ਜੇਠ ਚੰਦ ਸ਼ਰਮਾ। ਧਿਆਨ ਨਾਲ ਦੇਖਿਆ। ਚਿੱਠੀ ਦੇ ਸਿਖਰ 'ਚ ਇੱਕ ਖੂੰਜੇ 'ਚ ਭੇਜਣ ਵਾਲੇ ਦਾ ਨਾਮ ਲਿਖਿਆ ਸੀ, ਪਰ ਇਹ ਅੰਗਰੇਜ਼ੀ ਵਿੱਚ ਸੀ। ਦੂਜਾ ਨੀਲਾ ਲਿਫਾਫਾ ਸੀ, ਇੱਕੋ ਤਹਿ ਵਾਲਾ। ਉਹ ਪੁੱਠੇ ਪਾਸਿਓਂ ਪਾੜਿਆ ਗਿਆ। ਜਦੋਂ ਖੋਲ੍ਹਿਆ ਤਾਂ 2 ਟੋਟੇ ਹੋ ਗਏ। ਉਂਝ ਵੀ ਲਿਖਾਈ ਸੀ ਜਿਵੇਂ ਸਿਆਹੀ ਨਾਲ ਲਬੇੜ ਕੇ ਕੀੜਾ ਕਾਗਜ਼ ਤੇ ਛੱਡਿਆ ਹੋਵੇ। ਧਿਆਨ ਲਾ ਕੇ ਪੜ੍ਹਿਆ ਤਾਂ ਯਤਨ ਕੀਤੇ ਮੁਸ਼ਕਲ ਨਾਲ ਹੀ ਕੱਲਾ ਅੱਖਰ ਸਮਝ ਕੇ ਪੜ੍ਹ ਸਕਿਆ। ਬਾਪੂ ਸਾਹਿਬ, ਮੈਂ ਜਨਾਬ ਅਜੇ ਫਲੋਰ ਹੀ ਹਾਂ। ਮੇਰੀ ਟ੍ਰੇਨਿੰਗ ਛੇਤੀ ਪੂਰੀ ਹੋ ਜਾਏਗੀ, ਫਿਰ ਮੈਂ ਪਿੰਡਾਂ ਵਾਲੇ ਪਾਸੇ ਕਿਸੇ ਤਰਫ ਛੋਟਾ ਥਾਣੇਦਾਰ ਲੱਗ ਜਾਊਂਗਾ। फिर बाद में मेरी तरक्की हो जाएगी, छेती ਵੱਡਾ ਥਾਣੇਦਾਰ बन जाऊंगा। ये कानून है जी। एक और जरूरी बात आपसे करनी चाहता हूँ जनाब। ये साडा ਵੱਡਾ अफसर है, DSP है। ਉਹਦੀ जात तो मालूम नहीं, पर कहता है मैं पंडित हूँ। वो मुझे रिश्ता करना चाहता है। वो आपके पास भी आवेगा। मेरी सलाह है कि आप जी उसको तोड़कर जवाब ना देना। मैंने अभी लड़की देखी नहीं है, देख कर बताऊंगा। दस दिया भाई, खूबसूरत है, पढ़ी लिखी भी है, सेहत भी अच्छी है, कद्दावर है। पर अगले अखर उठाए नहीं गए। चिट्ठी अजे अद्धी रहिंदी सी। ਉਹਦੇ ਸ਼ਬਦ ਇੰਨੇ ਬੁਰੇ ਲੱਗੇ ਕਿ ਪਾੜ ਕੇ ਪੂਰਾ ਕਰ ਦਿੱਤੇ। ਫਿਰ ਜੇਠੇ ਵਾਲੀ ਚਿੱਠੀ ਤੇ ਲਿਫਾਫੇ ਵੱਲ ਦੇਖਿਆ। ਉਹਦੇ ਵੀ ਨਿੱਕੇ ਟੁਕੜੇ ਕਰਕੇ ਮੰਜੇ ਤੇ ਪਾਏ ਪਏ ਸੀ। ਅਜੇ ਤੂੜੀ ਵਾਲੇ ਕੋਠੇ ਮੂਹਰੇ ਛਾਂ ਸੀ। ਮੰਜਾ ਉਧਰ ਖਿੱਚ ਲਿਆ। ਕੋਈ ਗਰਮੀ ਨਹੀਂ ਸੀ, ਫਿਰ ਵੀ ਮੁੜਕਾ ਨਹੀਂ ਸੀ ਸੁੱਕ ਸਕਿਆ। ਉੱਠਿਆ ਤੇ ਬੱਠਲ 'ਚ ਪਾਣੀ ਪਾ ਕੇ ਨਹਾਉਣ ਲੱਗ ਪਿਆ। ਨਹਾ ਕੇ ਬੇਚੈਨੀ ਦੂਰ ਹੋਈ ਤਾਂ ਕੁੜਤਾ ਪਾਇਆ ਤੇ ਕੁੰਡਾ ਅੜਾ ਕੇ ਧਰਮਸ਼ਾਲਾ ਵੱਲ ਤੁਰ ਪਿਆ। ਕੁਝ ਦਿਨਾਂ ਮਗਰੋਂ ਹੀ ਪਾਲਾ ਖੁੰਡੀ ਚੱਕ ਕੇ ਜਦੋਂ ਬੂਹੇ ਅੰਦਰ ਅੱਗੇ ਆਇਆ ਤਾਂ ਅੰਦਰ ਕੁੱਤੇ ਤੁਰੇ ਫਿਰਦੇ ਸੀ। ਵਿਹੜੇ 'ਚ ਇੱਕ ਟੁੱਟੀ ਦੌਣ ਵਾਲੀ ਮੰਜੀ ਡਾਈ ਪਈ ਸੀ ਤੇ ਉਹਦੇ ਆਸੇ-ਪਾਸੇ ਨੀਲੇ ਤੇ ਖੱਟੇ ਰੰਗ ਦੇ ਕਾਗਜ਼ਾਂ ਦੇ ਨਿੱਕੇ ਟੁਕੜੇ ਖਿਲਰੇ ਪਏ ਸੀ ਤੇ ਕੁਝ ਹਵਾ ਨਾਲ ਦੂਰ ਉੱਡ ਗਏ। ਬਿੰਦ ਦਾ ਬਿੰਦ ਹੈਰਾਨ ਹੋਇਆ। ਇੱਧਰ ਉੱਧਰ ਦੇਖਦਾ ਰਿਹਾ। ਨਾ ਖੁਰਲੀ ਉੱਤੇ ਪਸ਼ੂ ਸੀ, ਨਾ ਵਿਹੜੇ 'ਚ ਕੋਈ ਸੰਦ। ਤੂੜੀ ਵਾਲੇ ਕੋਠੇ ਉਰਲੀ ਸਬਾਤ ਦੀ ਬੈਠਕ ਨੂੰ ਜੰਦਰੇ ਵੱਜੇ ਸੀ। ਚੌਂਕੇ 'ਚ ਕੋਈ ਭਾਂਡਾ ਨਹੀਂ ਸੀ। ਹਾਰਿਆਂ ਉੱਤੇ ਇੱਕ ਕੁੱਜਾ ਤੇ ਇੱਕ ਫੁੱਟਿਆ ਹੋਇਆ ਕੂੰਡਾ ਹੀ ਰਹਿ ਗਿਆ ਸੀ। ਹਾਰੀ ਦਾ ਚਾਪੜ ਕਿਸੇ ਬਿੱਲੀ ਕੁੱਤੇ ਨੇ ਭੁੰਜੇ ਡੇਗਤਾ ਸੀ ਤੇ ਉਹਦੇ 3-4 ਟੁਕੜੇ ਖਿੰਡੇ ਪਏ ਸੀ। ਪਾਲਾ ਸਿੰਘ ਤੋਂ ਅੰਦਰ ਨਹੀਂ ਰਿਹਾ ਗਿਆ। ਬਾਹਰ ਆ ਕੇ ਨਾਲ ਦੀ ਹੱਟੀ ਤੇ ਹੁੱਕੇ ਪੀਂਦੇ ਵਲੈਤੀ ਨੂੰ ਪੁੱਛਿਆ ਤਾਂ ਛੇਤੀ 2 ਸੂਟੇ ਲਾ ਕੇ ਹੁੱਕੀ ਪਰੇ ਕਰਦਿਆਂ ਢਾਂਡਿਆਂ ਵਰਗੇ ਮੋਟੇ ਡੇਲੇ ਘਮਾਉਂਦਿਆਂ ਗੰਜੇ ਸਿਰ ਤੇ ਹੱਥ ਫੇਰਦਾ ਬੋਲਿਆ, ਉਹ ਤਾਂ ਰਾਗਿਆ 3-4 ਦਿਨ ਦਾ ਹੈ ਹੀ ਨਹੀਂ। ਲੱਗਦਾ ਖੇਤ ਹੀ ਉੱਠ ਗਿਆ। ਸਮਾਨ ਵੀ ਜਾਣੀ ਦੀ ਖੇਤ ਹੀ ਲੈ ਗਿਆ ਲੱਗਦਾ। ਪਸ਼ੂ ਢਾਂਡਾ ਵੀ ਨਜ਼ਰ ਨਹੀਂ ਆਉਂਦਾ ਕਈ ਦਿਨਾਂ ਦਾ। ਪਾਲੇ ਨੇ ਹੈਰਾਨ ਹੁੰਦਿਆਂ ਵਲੈਤੀ ਦੇ ਵੱਡੇ ਸਾਰੇ ਨੱਕ ਦੇ
ਤੇ ਚਿੱਬੇ ਜੇ ਚਿਹਰੇ ਵੱਲ ਘੂਰਦਿਆਂ ਪੁੱਛਿਆ, ਤੈਨੂੰ ਇੰਨਾ ਵੀ ਪੱਕਾ ਪਤਾ ਨਹੀਂ ਵੀ ਉਹ ਗਿਆ ਕਿੱਥੇ ਹੈ? ਦਾੜੀ ਤੇ ਉਂਗਲ ਕਰਚਿਆਂ ਨੂੰ ਵਿੰਗੀਆਂ ਉਂਗਲਾਂ ਨਾਲ ਟੋਂਦਾ ਵਲੈਤੀ ਕਰੇੜੇ ਖਾਦੇ ਤੇ ਅਗੜ ਦੁਗੜੇ ਦੰਦ ਕੱਢ ਕੇ ਹੱਸ ਪਿਆ। ਫਿਰ ਬੇਧਿਆਨੀ ਨਾਲ ਬੋਲਿਆ, ਆਪਣਾ ਜਦੋਂ ਲਾਗਾ ਦੇ ਗਈ ਕੋਈ ਨਹੀਂ, ਫਿਰ ਆਪਾਂ ਨੂੰ ਕੀ ਪਤਾ? ਸਾਰੀ ਉਮਰ ਸਿੱਧਾ ਤਾਂ ਉਹ ਇਹ ਕਿਸੇ ਨੂੰ ਬੋਲੇ ਨਹੀਂ, ਫਿਰ ਬੰਦਾ ਕਾਹਨੂੰ ਐਵੇਂ ਛੋਤ ਲੁਆਉਂਦਾ ਫਿਰੇ? ਆਪਣੇ ਬੰਨਿਓ ਵਸਣ, ਆਪਣੇ ਬੰਨਿਓ ਨਾ ਵਸਣ, ਆਪਾਂ ਨੂੰ ਕਾਹਦਾ ਭਾਅ ਹੈ? ਬੋਲਦਿਆਂ ਵਲੈਤੀ ਦੇ ਡੇਲਿਆਂ ਤੇ ਧੂਏ ਨਾਲ ਭੂਰੀਆਂ ਹੋਈਆਂ ਮੁੱਛਾਂ ਵੱਲ ਝਾਕਦਾ ਪਾਲਾ ਸਿੰਘ ਗੁੱਸੇ ਨਾਲ ਕੰਬਣ ਲੱਗ ਪਿਆ। ਕਈ ਵਾਰੀ ਉਹਨੇ ਐਨਕ ਸੂਤ ਕੀਤੀ, ਹੁਣ ਫੇਰ ਕਦੇ ਵਲੈਤੀ ਵੱਲ ਘੂਰਦਾ ਤੇ ਕਦੇ ਧਰਤੀ ਵੱਲ ਝਾਕਦਾ। ਇਹੋ ਕਹਿ ਸਕਿਆ, ਹੁਣ ਮੈਂ ਤੈਨੂੰ ਕੀ ਆਖਾਂ? ਤੇਰੇ ਜੈਸੇ ਬੰਦੇ ਨੂੰ ਕੋਈ ਕਹੇ ਵੀ ਕੀ? ਤੁਹਾਡੀ ਤਾਂ ਜਾਤ ਹੀ ਐਸੀ ਹੈ, ਵੱਡੀ ਉਂਗਲ ਕੰਨੀ ਵੀ ਪੈਸੇ ਲੈ ਕੇ ਝਾਕੂ ਵੀ ਇੱਥੋਂ ਵੀ ਕੋਈ ਖੱਟੀ ਹੋ ਜੇ। ਪਰ ਹੋਰ ਕੁਝ ਆਖੇ ਬਿਨਾਂ ਵੀ ਰਿਹਾ ਨਹੀਂ ਗਿਆ। ਮਨ ਬੇਕਾਬੂ ਹੋ ਚੱਲਿਆ ਸੀ। ਕੁਝ ਕੰਬਦੀ ਆਵਾਜ਼ 'ਚ ਕਿਹਾ, ਗੁਰਬਾਣੀ ਦਾ ਫਰਮਾਨ ਹੈ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਪਰ ਤੇਰੇ ਵਰਗੇ ਅੱਕਾਂ ਟੱਕਾਂ ਤੇ ਉਹ ਅਸਰ ਵੀ ਨਹੀਂ ਹੁੰਦਾ। ਧਿਰ ਗਏ ਅਸੀਂ ਮਾਨਸ ਜਨਮ ਦੇ, ਇਦੋਂ ਤਾਂ ਪਸ਼ੂ ਜੂਨੀ ਚੰਗੀ। ਮਰਿਆਂ ਦਾ ਚੰਮ ਤਾਂ ਕਿਸੇ ਕੰਮ ਆ ਜਾਂਦਾ। ਪਰ ਵਲੈਤੀ ਛੇਤੀ ਸੂਟੇ ਮਾਰਦਾ ਤੇ ਦੰਦ ਕੱਢਦਾ ਹੀ ਕਰੀ ਗਿਆ। ਕੁਝ ਬੋਲਦਾ ਵੀ ਰਿਹਾ, ਪਰ ਪਾਲਾ ਮੂੰਹ ਪਾਸੇ ਭੁਆ ਕੇ ਤੁਰ ਪਿਆ। ਉਹਨੂੰ ਲੱਗਿਆ ਜਿਵੇਂ ਵਲੈਤੀ ਨਾਲ ਗੱਲ ਕਰਕੇ ਉਹਦਾ ਸਾਰਾ ਪਿੰਡਾ ਹੀ ਚਿੱਕੜ ਨਾਲ ਲਿਬੜ ਗਿਆ ਹੋਵੇ। ਧੰਨਵਾਦ।